यूके ਦੇ ਵਿੱਚ ਅਸੀਂ ਤੇ ਜਿੰਨੇ ਵੀ ਬੱਚੇ ਆਉਂਦੇ ਆ ਅਸੀਂ ਤੇ ਇਹੀ ਕਹਿੰਦੇ ਆ ਕਿ ਪਹਿਲਾਂ ਕੋਈ ਪੈਸਾ ਨਹੀਂ ਕੱਲੀ ਐਮਬੈਸੀ ਫੀਸ ਉਹ ਵੀ ਤੁਸੀਂ ਆਪਣੇ ਕਾਰਡ ਤੋਂ ਤੁਹਾਡੇ ਤੋਂ ਪੇ ਹੋ ਜਾਣੀ ਹੈ ਕੱਲੀ ਐਮਬੈਸੀ ਫੀਸ ਤੇ ਜਿਹੜੀ ਗੱਲ ਮੈਂ ਕਹਿੰਦਾ ਉਸ ਚੀਜ਼ ਨੂੰ ਮੈਂ ਲੈ ਕੇ ਵਚਨਬੱਧ ਵੀ ਹਾਂ ਜੇ ਤੁਹਾਡਾ ਏਜੰਟ ਕਹਿੰਦਾ ਜੀ 2 ਲੱਖ ਫੰਡ ਦਾ ਪਹਿਲਾਂ ਦੇ ਦਿਓ 1.5 ਲੱਖ ਇਹਦਾ ਦੇ ਦਿਓ ਕਈ ਤੇ ਮੈਂ ਇਹੋ ਜਿਹੇ ਸੁਣੇ ਲੱਖ ਰੁਪਏ ਗੈਪ ਦਾ ਮੈਂ ਸੁਣਿਆ ਆਈ ਡੋਨਟ ਨੋ ਇਟ ਹੈਪਨਸ অর ਨਾਟ ਸੋ ਉੱਥੇ ਮੈਂ ਜੋ ਸਮਝਦਾ ਏਜੰਟ ਨਾਲੋਂ ਜ਼ਿਆਦਾ ਜਿਹੜੀ ਗਲਤੀ ਹੈ ਬੱਚਿਆਂ ਦੀ ਹੈ ਜਾਂ ਉਹਨਾਂ ਦੇ ਮਾਪਿਆਂ ਦੀ Without IELTS, students want to go UK. Is it possible to go there without IELTS or not? ਤੁਸੀਂ ਬਿਨਾਂ IELTS ਦੇ ਐਗਜ਼ਾਮ ਤੋਂ ਵੀ UK ਜਾ ਸਕਦੇ ਹੋ ਅਸੀਂ ਆਈ ਥਿੰਕ 1000 ਆਫ ਵੀਜ਼ਾਸ ਹੁਣ ਤੱਕ ਲੈ ਚੁੱਕੇ ਹਾਂ ਵਿਦਆਊਟ IELTS ਤੇ ਇਹ ਸਭ ਨੂੰ ਭਲੀ ਭਾਂਤੀ ਪਤਾ ਹੀ ਹੈ ਵਿਆਹ ਤੋਂ ਬਾਅਦ ਜਾ ਸਕਦੇ ਹੋ ਅਸੀਂ ਤੁਹਾਨੂੰ ਕਹਿੰਦੇ ਪਏ ਹਾਂ ਕਿ ਬੱਚੇ ਤੋਂ ਬਾਅਦ ਵੀ ਜਾ ਸਕਦੇ ਹੋ ਸੋ ਇਟਸ ਅ ਵੈਰੀ ਪੋਜ਼ਿਟਿਵ UK ਦਾ ਜਿਹੜਾ ਮਾਈਂਡਸੈਟ ਆ ਇੰਡੀਅਨ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਬਹੁਤ ਪੋਜ਼ਿਟਿਵ ਮਤਲਬ UK ਦਾ ਮਾਈਂਡਸੈਟ ਹੈ that is wider than other countries. ਯੂਨੀਵਰਸਿਟੀਆਂ 'ਚ ਫੀਸਾਂ ਨਹੀਂ ਜਾਊਗੀਆਂ ਤੇ UK ਗਵਰਨਮੈਂਟ ਨੂੰ ਟੈਕਸ ਕਿੱਥੋਂ ਆਊਗਾ ਹੁਣ ਤੱਕ ਸਾਡੇ 80 ਤੋਂ 85 ਸਪਾਊਸ ਵੀਜ਼ਾਸ ਲੱਗ ਚੁੱਕੇ ਆ ਜਿਹੜੀ ਅਸੀਂ ਤੁਹਾਨੂੰ ਇਨ ਵੀਡੀਓ ਵੀ ਦਿਖਾਵਾਂਗੇ ਇਨ ਪਿਕਸ ਦਿਖਾਵਾਂਗੇ ਜਿਨ੍ਹਾਂ ਵਿੱਚੋਂ 3 ਤੇ ਇਹੋ ਜਿਹੇ ਸੀ ਜਿਨ੍ਹਾਂ ਦਾ ਬੇਬੀ ਵੀ ਸੀਗਾ 2017 ਵਿੱਚ ਮੇਰੀ ਬੇਟੀ ਵੀ ਇੱਥੋਂ ਆਈਲੈਟਸ ਕੀਤੀ ਔਰ ਟੋਰਾਂਟੋ ਸ਼ਹਿਰ ਵਿੱਚ ਉਸਨੇ ਜਾ ਕੇ ਉੱਚ ਕੋਟੀ ਦੀ ਸਿੱਖਿਆ ਪ੍ਰਾਪਤ ਕੀਤੀ ਇਸ ਤੋਂ ਬਾਅਦ ਮੇਰੇ ਜੋ ਵੀ ਰਿਸ਼ਤੇਦਾਰ ਹੋਏ ਸਭ ਨੇ ਹੀ ਇੱਥੋਂ ਆਈਲੈਟਸ ਕੀਤੀ ਔਰ ਆਪਣੀ ਉੱਚ ਕੋਟੀ ਦੀ ਮਾਨਤਾ ਪ੍ਰਾਪਤ ਕੀਤੀ ਇਹ ਕਮਿਟਮੈਂਟ ਦਿੰਦੇ ਆ ਕਿ +2 ਤੋਂ ਬਾਅਦ ਵੀ ਤੁਸੀਂ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾ ਸਕਦੇ ਹੋ ਨਹੀਂ ਤੇ ਨਾਰਮਲੀ ਇੱਕ ਜਿਹੜਾ ਪੈਟਰਨ ਚੱਲਦਾ ਪਿਆ ਜੋ ਅਸੀਂ ਦੇਖਿਆ ਆਪਣੇ ਸਮਾਜ ਦੇ ਵਿੱਚ ਕਿ ਉਹ ਬੈਚਲਰਸ ਤੋਂ ਬਾਅਦ ਹੀ ਸਮਝ ਲੈ ਕੇ ਜਾ ਸਕਦੇ ਆ ਸੈਕੰਡ ਏਜ ਦੀ ਕੋਈ ਲਿਮਿਟ ਨਹੀਂ ਰਿਫਿਊਜ਼ਲ ਬਸ ਇਸ ਬਿਹਾਫ ਤੇ ਆ ਸਕਦੀ ਹੈ ਕਿ ਐਮਬੈਸੀ ਨੇ ਬਾਏ ਦ ਵੇ ਕਿਸੇ ਬੱਚੇ ਦੀ ਸੋਹਾਂ ਪਿੱਛੇ ਇੱਕ ਦੀ ਇੰਟਰਵਿਊ ਲੈ ਲਈ ਤੇ ਬੱਚੇ ਨੇ ਜਵਾਬ ਸਹੀ ਨਹੀਂ ਦਿੱਤਾ ਜਾਂ ਤੁਸੀਂ ਕੋਈ ਫਰਾਡੂਲੈਂਟ ਡਾਕੂਮੈਂਟ ਲਾਇਆ ਫਰਾਡੂਲੈਂਟ ਡਾਕੂਮੈਂਟ ਦੇ ਅਸੀਂ 101% ਖਿਲਾਫ ਹੈ ਵਾਹਿਗੁਰੂ ਅਕੈਡਮੀ ਤੋਂ ਜੀ ਆਪਣੀ ਫਾਈਲ ਲਗਾਈ UK ਦੀ ਤੇ ਮੈਂ ਇੰਟਰਵਿਊ ਦੀ ਪ੍ਰੀਪਰੇਸ਼ਨ ਲਈ ਇੱਥੇ ਆਉਣਾ ਵਾ ਜੀ ਰੋਜ਼ ਤੇ ਬਹੁਤ ਵਧੀਆ ਗਾਈਡ ਕਰਦੇ ਟੀਚਰ ਸਟਾਫ ਬਹੁਤ ਵਧੀਆ ਜੀ ਫਾਈਲ ਕਿੱਥੇ ਦੀ ਲਵਾਈ ਤੁਸੀਂ ਫਾਈਲ UK ਦੀ ਲਵਾਈ ਜੀ ਕੁਝ ਸਟੂਡੈਂਟਸ ਨੇ ਜਿਹੜੇ ਇੰਟਰਵਿਊ ਤੋਂ ਡਰਦੇ ਨੇ ਉਹਨਾਂ ਨੂੰ ਲੱਗਦਾ ਕਿ ਜੇ ਇੰਟਰਵਿਊ ਹੋਏਗੀ ਤੇ ਉਹ ਉਸ ਨੂੰ ਕੱਢ ਨਹੀਂ ਪਾਉਣਗੇ ਤੇ ਉਹਨਾਂ ਦੇ ਡਰ ਕਿਸ ਤਰ੍ਹਾਂ ਦੇ ਨਾਲ ਦੂਰ ਹੋ ਸਕਦਾ ਹੈ ਕਿ ਔਰ ਕੁਝ ਕੰਸਲਟੈਂਟ ਅਜਿਹੇ ਵੀ ਨੇ ਜਿਹੜੇ ਐਡ ਕਰ ਰਹੇ ਨੇ ਇਸ ਚੀਜ਼ ਦੀ ਆਈ ਥਿੰਕ ਪਹਿਲੀ ਗੱਲ ਤੇ ਇੰਟਰਵਿਊ ਆਉਂਦੀ ਨਹੀਂ ਐਮਬੈਸੀ ਦੀ ਇੰਨੀ ਆਫਨ ਜੇ ਆ ਵੀ ਜਾਵੇ ਸਾਨੂੰ ਸਾਡੀ ਟੀਮ ਦੀ ਕਾਬਲੀਅਤ ਤੇ 101% ਵਿਸ਼ਵਾਸ ਹੈ ਕਿ ਬੱਚੇ ਦਾ ਜਿਹੜਾ ਲੈਵਲ ਹੈ ਉਹ -10 ਤੋਂ +10 ਤੇ ਅਸੀਂ ਲੈ ਕੇ ਜਾਵਾਂਗੇ ਤੇ ਇਸ ਚੀਜ਼ ਦੇ ਲਈ ਅਸੀਂ ਵਚਨਬੱਧ ਵੀ ਹਾਂ ਤੇ ਸਾਡੇ ਕੋਲ ਉਸ ਚੀਜ਼ ਦਾ ਇੱਕ ਪ੍ਰੋਟੋਕੋਲ ਹੈ ਇੱਕ ਪ੍ਰੋਸੈਸ ਹੈ ਸਟੂਡੈਂਟਸ ਨੇ IELTS ਦੇ ਨਾਲ ਅਪਲਾਈ ਕਰਨਾ ਹੋਵੇ ਤੇ ਫਿਰ ਉੱਥੇ ਕੋਈ ਚਾਂਸ ਹੁੰਦਾ ਕਿ ਇੰਟਰਵਿਊ ਨਾ ਆਏ ਜੇ ਤੁਹਾਨੂੰ UK ਵਿਦਆਊਟ IELTS ਆਪਸ਼ਨ ਦਿੰਦਾ ਤੇ ਤੁਸੀਂ ਕਹੋ ਜੀ ਮੇਰੇ ਤੋਂ IELTS ਹੈਗੀ ਆ ਤੇ ਮੈਂ ਤੇ ਇਹੀ ਕਹੂੰਗਾ ਸੋਨੇ ਤੇ ਸੁਹਾਗਾ ਵਾ ਐਮਬੈਸੀ ਵਿਦਆਊਟ IELTS ਤੇ ਵਿਦ IELTS ਕਿਸੇ ਦੀ ਵੀ ਇੰਟਰਵਿਊ ਲੈ ਸਕਦੀ ਹੈ ਰੈਂਡਮਲੀ ਫਾਈਲਸ ਬੀਇੰਗ ਪਿਕਡ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਜਸਮੀਤ ਅੱਜਕੱਲ ਬਹੁਤ ਸਾਰੇ ਯੰਗਸਟਰ ਨੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜੋ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਫੋਰਨ ਕੰਟਰੀਜ਼ ਦੇ ਵਿੱਚ ਸੈਟਲ ਡਾਊਨ ਹੋਣਾ ਚਾਹੁੰਦੇ ਨੇ ਅਜਿਹੇ ਦੇ ਵਿੱਚ ਉਹਨਾਂ ਨੂੰ ਲੋੜ ਹੁੰਦੀ ਹੈ ਇੱਕ ਸਹੀ ਗਾਈਡੈਂਸ ਦੀ ਤੇ ਇਸੇ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਸੁਲਤਾਨਪੁਰ ਲੋਧੀ WEIC ਇੱਕ ਅਜਿਹਾ ਇੰਸਟੀਚਿਊਟ ਹੈ ਜਿੱਥੋਂ ਸਟੂਡੈਂਟਸ ਨੂੰ ਸਹੀ ਗਾਈਡੈਂਸ ਮਿਲ ਸਕਦੀ ਹੈ ਕਿਉਂਕਿ ਇੱਥੇ UK ਸਟੱਡੀ ਵੀਜ਼ਾ ਦੇ ਲਈ ਖਾਸ ਕਰ ਡੀਲ ਕੀਤਾ ਜਾਂਦਾ ਤੇ ਕਈ ਹੋਰ ਵੀਜ਼ਾਸ ਨੇ ਮਲਟੀਪਲ ਵੀਜ਼ਾ ਨੂੰ ਵੇਖ ਲਓ ਉਸ ਨੂੰ ਵੀ ਡੀਲ ਕੀਤਾ ਜਾਂਦਾ ਨੇ ਕਿਹੜੇ ਵੀਜ਼ਾਸ ਦੇ ਲਈ WEIC ਡੀਲ ਕਰਦਾ ਇਸ ਦੇ ਬਾਬਤ ਅਸੀਂ ਤੁਹਾਨੂੰ ਅੱਜ ਦੱਸਾਂਗੇ ਤੇ ਨਾਲ ਹੀ ਕਿਹੜੀਆਂ ਸਹੂਲਤਾਂ ਨੇ ਜੋ ਇੱਥੇ ਪੜ੍ਹਨ ਆਉਂਦੇ ਸਟੂਡੈਂਟਸ ਨੂੰ ਮਿਲਦੀਆਂ ਨੇ ਤੇ ਜੋ ਵੀਜ਼ਾ ਅਪਲਾਈ ਕਰਨ ਲਈ ਲੋਕ ਆਉਂਦੇ ਨੇ ਉਹਨਾਂ ਦੀ ਡੀਲਿੰਗ ਹੈ ਜਿਹੜੀ ਇੱਥੋਂ ਦੇ ਇੰਸਟੀਚਿਊਟ ਦੇ ਨਾਲ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ ਬਾਬਤ ਅਸੀਂ ਅੱਜ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਅੱਜ ਇੱਥੇ ਬੈਠੇ ਹੋਏ ਨੇ ਉਹ ਕੁਝ ਉਹਨਾਂ 'ਚੋਂ ਪੜ੍ਹਨ ਆਏ ਨੇ ਤੇ ਕੁਝ ਵੀਜ਼ਾ ਦੇ ਲਈ ਅਪਲਾਈ ਕਰਨ ਆਏ ਨੇ ਤੁਹਾਨੂੰ ਅਸੀਂ ਤਸਵੀਰਾਂ ਵੀ ਨਾਲੋਂ ਨਾਲ ਦਿਖਾ ਰਹੇ ਹਾਂ WEIC ਦੇ ਰਿਪਰੈਜ਼ੈਂਟੇਟਿਵ ਸਾਡੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਹੁਤ ਸਵਾਗਤ ਗਗਨਦੀਪ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਮ ਗਗਨਦੀਪ ਸਿੰਘ ਔਨ ਦਾ ਬਿਹਾਫ ਆਫ WEIC ਪ੍ਰਾਈਵੇਟ ਲਿਮਟਿਡ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਸਾਡੇ ਕੋਲ ਮੇਰਾ ਸਭ ਤੋਂ ਹੀ ਪਹਿਲਾ ਸਵਾਲ ਹੈ ਕਿ ਸਭ ਤੋਂ ਜੋ ਪਹਿਲੀ ਚੀਜ਼ ਹੁੰਦੀ ਹੈ ਉਹ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਜੋ ਇੰਸਟੀਟਿਊਸ਼ਨ ਹੈ ਜੋ ਅਦਾਰਾ ਹੈ ਉਹ ਕਿਹੜੇ ਵੀਜ਼ਾ ਨੂੰ ਡੀਲ ਕਰਦਾ ਹੈ ਤੁਹਾਡਾ ਜੋ ਅਦਾਰਾ ਹੈ ਕਿਹੜੇ ਵੀਜ਼ਾਸ ਨੂੰ ਡੀਲ ਕਰਦਾ ਹੈ
Very good question. See, we deal in all the visas like multiple visas, ਜਿਹਨੂੰ ਆਪਾਂ tourist visa ਕਹਿ ਲੈਂਦੇ ਆ, student visa, open work permit for New Zealand, Canada, Australia, UK. So these are the main countries we deal in. And one thing more, we come to know that without IELTS, students want to go UK. Is it possible to go there without IELTS or not? ਦੇਖੋ ਜੀ, ਜਿਹੜਾ UK ਦਾ ਕਨਸੈਪਟ ਹੈ, ਆਈ ਥਿੰਕ ਅੱਜ ਦੇ ਸਮੇਂ ਦਾ ਸਭ ਤੋਂ ਲਾਈਵ ਆਪਸ਼ਨ ਜਿਹੜਾ UK ਹੈ ਬੱਚਿਆਂ ਲਈ, ਉਹਦਾ ਰੀਜ਼ਨ ਕੀ ਹੈ? ਇੱਕ ਤੇ UK ਦੇ ਵਿੱਚ ਤੁਹਾਨੂੰ IELTS, ਜਿਹਨੂੰ ਆਪਾਂ ਆਰਟਸ ਕਹਿ ਲੈਂਦੇ ਆ, ਦੈਟਸ ਨਾਟ ਮੈਂਡੇਟਰੀ। ਤੁਸੀਂ ਬਿਨਾਂ ਆਰਟਸ ਦੇ ਐਗਜ਼ਾਮ ਤੋਂ ਵੀ UK ਜਾ ਸਕਦੇ ਹੋ। ਅਸੀਂ ਆਈ ਥਿੰਕ 1000 ਆਫ ਵੀਜ਼ਾਸ ਹੁਣ ਤੱਕ ਲੈ ਚੁੱਕੇ ਹਾਂ ਵਿਦਆਊਟ ਆਰਟਸ, ਅਤੇ ਇਹ ਸਭ ਨੂੰ ਭਲੀ ਭਾਂਤੀ ਪਤਾ ਹੀ ਆ। ਸੈਕਿੰਡ, ਇਹਦੇ ਵਿੱਚ ਕੁਝ ਯੂਨੀਵਰਸਿਟੀਜ਼ ਇਹੋ ਜਿਹੀਆਂ ਪ੍ਰਿਵਿਲੇਜਿਸ ਵੀ ਦੇ ਦਿੰਦੀਆਂ ਵਾ ਜਿਨ੍ਹਾਂ ਦੇ ਵਿੱਚ ਇੰਟਰਵਿਊ ਤੱਕ ਨਹੀਂ ਹੈਗੀ। ਯੈਸ, ਅੰਬੈਸੀ ਇੰਟਰਵਿਊ ਕਦੀ ਵੀ ਆ ਸਕਦੀ ਆ, ਨਹੀਂ ਵੀ ਆ ਸਕਦੀ, ਦੈਟਸ ਪਰਟੀਕੂਲਰ ਆਪਸ਼ਨਲ। ਆਪਾਂ ਅੱਜ ਇੱਥੋਂ ਸਟੇਜ ਤੋਂ ਇਹ ਨਹੀਂ ਕਹਿ ਸਕਦੇ ਕਿ ਅੰਬੈਸੀ ਇੰਟਰਵਿਊ ਵੀ ਨਹੀਂ ਆਊਗੀ, ਬਟ ਯੈਸ ਯੂਨੀਵਰਸਿਟੀ ਜਿਹੜੀ ਇੰਟਰਵਿਊ ਆ ਉਹਦਾ ਆਪਸ਼ਨ ਸਾਡੇ ਕੋਲ ਹੁੰਦਾ ਵਾ ਕਿ ਆ ਵੀ ਸਕਦੀ ਤੇ ਨਹੀਂ ਵੀ। ਅਸੀਂ ਚਾਹੀਏ ਕੁਝ ਯੂਨੀਵਰਸਿਟੀਜ਼ ਇਹੋ ਜਿਹੀਆਂ ਹੈਗੀਆਂ ਵਾ ਜਿਹਦੇ ਵਿੱਚ ਬੱਚੇ ਦੀ ਵਿਦਆਊਟ IELTS ਕੋਈ ਇੰਟਰਵਿਊ ਨਹੀਂ ਹੈਗੀ। ਸੋ ਜਿਹੜਾ UK ਦਾ ਪ੍ਰੋਡਕਟ ਹੈ ਅੱਜ ਦੇ ਸਮੇਂ ਦੇ ਵਿੱਚ, ਆਈ ਥਿੰਕ ਇਹ ਪੰਜਾਬ ਦੀ ਨੌਜਵਾਨੀ ਨੂੰ ਇੱਕ ਵਧੀਆ ਡਾਇਰੈਕਸ਼ਨ ਵੱਲ ਲੈ ਕੇ ਜਾਂਦਾ ਪਿਆ। ਬੱਚੇ ਇੱਥੋਂ ਜਾਂਦੇ ਆ ਸਟੂਡੈਂਟ ਬੇਸ 'ਤੇ, ਉੱਥੇ ਜਾ ਕੇ ਆਪਣੀ ਸਟੱਡੀ ਕੰਪਲੀਸ਼ਨ ਤੋਂ ਬਾਅਦ ਵਰਕ ਪਰਮਿਟ 'ਚ ਜਾਂਦੇ ਆ, ਲਾਈਫ ਸੈਟਲਮੈਂਟ ਹੁੰਦੀ ਆ। ਸੋ UK ਮੈਂ ਸਮਝਦਾ ਵਾਂ ਇੱਕ ਬੜੀ ਵੱਡੀ ਓਪਰਚੁਨਿਟੀ ਆ ਸਾਡੇ ਦੁਆਬੇ ਇਲਾਕੇ ਲਈ ਜਾਂ ਕੰਪਲੀਟ ਪੰਜਾਬ ਦੇ ਲਈ। ਯਾਨੀ ਆਪਾਂ ਕਹਿ ਸਕਦੇ ਹਾਂ ਕਿ ਬਿਨਾਂ IELTS, ਵਿਦਆਊਟ IELTS UK ਜਾਣਾ ਔਖਾ ਹੋ ਗਿਆ? ਬਿਲਕੁਲ ਵੀ ਨਹੀਂ। ਆਈ ਥਿੰਕ ਇਹ ਇੱਕ ਮਿਸਕਨਸੈਪਸ਼ਨ ਆ, ਲੈਕ ਆਫ ਨੌਲੇਜ ਆ। ਲਾਈਕ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਕਿਸੇ ਏਜੰਟ ਨੂੰ ਲੈਕ ਆਫ ਨੌਲੇਜ ਆ, ਇਟਸ ਅਬਾਊਟ ਆਪਣੀ ਸੁਸਾਇਟੀ ਦੇ ਵਿੱਚ ਸਮ ਟਾਈਮ ਕੁਝ ਮਿਸਕਨਸੈਪਸ਼ਨਸ ਆ ਜਾਂਦੀਆਂ, ਰਿਊਮਰਸ ਆ ਜਾਂਦੀਆਂ ਵਾ। ਸੋ ਉਹਦੇ ਬਿਹਾਫ 'ਤੇ ਲੋਕੀ ਕਹਿ ਦਿੰਦੇ ਆ ਕਿ UK ਜਾਣਾ ਔਖਾ ਹੋ ਗਿਆ। ਤੁਸੀਂ ਸਾਡਾ ਫੇਸਬੁੱਕ ਪੇਜ ਜਾ ਕੇ ਦੇਖੋ, ਡੇਲੀ ਦੇ ਇੱਕ ਦੋ ਵੀਜ਼ਾਸ ਵਿਦਆਊਟ ਆਇਲਟਸ ਆਉਂਦੇ ਪਏ ਆ। ਗਗਨਦੀਪ ਜੀ, ਕੁਝ ਸਟੂਡੈਂਟਸ ਨੇ ਜਿਹੜੇ ਇੰਟਰਵਿਊ ਤੋਂ ਡਰਦੇ ਨੇ, ਉਹਨਾਂ ਨੂੰ ਲੱਗਦਾ ਕਿ ਜੇ ਇੰਟਰਵਿਊ ਹੋਏਗੀ ਤੇ ਉਹ ਉਸ ਨੂੰ ਕੱਢ ਨਹੀਂ ਪਾਉਣਗੇ, ਤੇ ਉਹਨਾਂ ਦੇ ਡਰ ਕਿਸ ਤਰ੍ਹਾਂ ਦੇ ਨਾਲ ਦੂਰ ਹੋ ਸਕਦਾ ਹੈ ਕਿ ਔਰ ਕੁਝ ਕੰਸਲਟੈਂਟ ਅਜਿਹੇ ਵੀ ਨੇ ਜਿਹੜੇ ਐਡ ਕਰ ਰਹੇ ਨੇ ਇਸ ਚੀਜ਼ ਦੀ? ਦੇਖੋ, ਬੜਾ ਜੈਨੂਇਨ ਕੁਐਸਚਨ ਆ। ਇੱਕ ਗ੍ਰਾਸ ਰੂਟ ਲੈਵਲ ਤੇ ਪ੍ਰੋਬਲਮ ਅਸੀਂ ਵੀ ਦੇਖਦੇ ਹਾਂ ਜਦੋਂ ਬੱਚੇ ਸਾਡੇ ਕੋਲ ਕਾਉਂਸਲਿੰਗ ਦੇ ਲਈ ਆਉਂਦੇ ਆ। ਇੰਟਰਵਿਊ ਨੂੰ ਇੱਕ ਸਟਿਗਮਾ ਬਣਾਇਆ ਗਿਆ ਵਾ, ਬਟ ਇੰਟਰਵਿਊ ਕੀ ਆ ਕਿ ਓਬਵੀਅਸਲੀ ਆ ਕਿ ਅੰਬੈਸੀ ਤੁਹਾਨੂੰ ਕਾਲ ਲਗਾ ਕੇ ਪੁੱਛ ਸਕਦੀ ਆ ਕਿ ਬੱਚੇ ਤੁਸੀਂ ਕਿਹੜੀ ਯੂਨੀਵਰਸਿਟੀ 'ਚ ਜਾਣਾ, ਤੁਸੀਂ ਕਿਹੜੇ ਪਰਟੀਕੂਲਰ ਇਲਾਕੇ 'ਚ ਜਾਣਾ, ਲੰਡਨ ਜਾਣਾ, ਤੁਸੀਂ ਕਿੱਥੇ ਜਾਣਾ, ਵੋਲਵਰਹੈਂਪਟਨ ਜਾਣਾ, ਕਿੱਥੇ। ਇਹ ਤੇ ਕੁਐਸਚਨਸ ਆ, ਆਪਾਂ ਉਹਨੂੰ ਇੰਟਰਵਿਊ ਕਹਿ ਲੈਂਦੇ ਆ। ਇੱਕ ਅੰਬੈਸੀ ਕਾਲ ਲਗਾ ਕੇ 2-3 ਕੁਐਸਚਨਸ ਤੁਹਾਨੂੰ ਪੁੱਛ ਸਕਦੀ ਆ, ਤੇ ਆਈ ਥਿੰਕ ਇੰਨੀ ਕੁ ਲਿਆਕਤ ਬੱਚਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਉਸ ਚੀਜ਼ ਦਾ ਜਵਾਬ ਦੇ ਸਕਣ। ਸੈਕਿੰਡ, ਜੇ ਤੁਸੀਂ ਸਾਡੀ ਸੰਸਥਾ ਦਾ ਪੁੱਛੋ ਸਾਡੇ ਇੱਥੇ ਕੀ ਆ, ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਵੀ ਅਸੀਂ ਆਈ ਥਿੰਕ ਤੁਸੀਂ ਦੇਖਿਆ ਵਾ ਜਾਂ ਤੁਸੀਂ ਆਉਣ ਵਾਲੇ ਸ਼ਾਰਟਸ 'ਚ ਦਿਖਾਓਗੇ ਕਿ ਇੱਥੇ ਸਾਡੀ 20 ਬੰਦਿਆਂ ਦੀ ਟੀਮ ਆ ਜਿਨ੍ਹਾਂ ਦਾ ਨੋ ਜੌਬ ਆ, ਓਨਲੀ ਇੰਟਰਵਿਊ। ਪਰਹੈਪਸ ਉਹਨਾਂ ਦਾ ਕੋਈ ਹੋਰ ਜੌਬ ਨਹੀਂਗਾ, ਨਾ ਫਾਈਲਿੰਗ ਦਾ ਨਾ ਕਾਉਂਸਲਿੰਗ ਦਾ। 20 people team is just for guiding the students for interview. ਸੋ ਉਹ 20 ਜਾਂ 25 ਦਿਨ ਦੇ ਵਿੱਚ ਇੱਕ ਬੱਚਾ ਜਿਹਦਾ ਲੈਵਲ ਮਾਈਨਸ ਤੇ ਹੈ ਉਹਨੂੰ +10 ਤੇ ਲੈਂਦੇ ਆ ਇਨ ਇੰਟਰਵਿਊ। ਸੋ ਆਈ ਥਿੰਕ ਪਹਿਲੀ ਗੱਲ ਤੇ ਇੰਟਰਵਿਊ ਆਉਂਦੀ ਨਹੀਂ ਅੰਬੈਸੀ ਦੀ ਇੰਨੀ ਆਫਨ। ਜੇ ਆ ਵੀ ਜਾਵੇ, ਸਾਨੂੰ ਸਾਡੀ ਟੀਮ ਦੀ ਕਾਬਲੀਅਤ ਤੇ 101% ਵਿਸ਼ਵਾਸ ਹੈ ਕਿ ਬੱਚੇ ਦਾ ਜਿਹੜਾ ਲੈਵਲ ਹੈ ਉਹ -10 ਤੋਂ +10 ਤੇ ਅਸੀਂ ਲੈ ਕੇ ਜਾਵਾਂਗੇ, ਤੇ ਇਸ ਚੀਜ਼ ਦੇ ਲਈ ਅਸੀਂ ਵਚਨਬੱਧ ਵੀ ਹਾਂ। ਤੇ ਸਾਡੇ ਕੋਲ ਉਸ ਚੀਜ਼ ਦਾ ਇੱਕ ਪ੍ਰੋਟੋਕੋਲ ਹੈ, ਇੱਕ ਪ੍ਰੋਸੈਸ ਆ, ਉਹ ਤੁਸੀਂ ਆਈ ਥਿੰਕ ਇਸ ਪਰਟੀਕੂਲਰ ਕਲਿੱਪ ਦੇ ਵਿੱਚ, ਆਉਣ ਵਾਲੀ ਕਲਿੱਪ 'ਚ ਦਿਖਾ ਵੀ ਸਕਦੇ ਹੋ। ਅਸੀਂ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ। ਤੇ ਇੱਥੇ ਇੱਕ ਸਵਾਲ ਹੋਰ ਹੁੰਦਾ ਹੈ ਕਿ ਜੇਕਰ ਸਟੂਡੈਂਟਸ ਨੇ ਆਇਲਸ ਦੇ ਨਾਲ ਅਪਲਾਈ ਕਰਨਾ ਹੋਵੇ ਤੇ ਫਿਰ ਉੱਥੇ ਕੋਈ ਚਾਂਸ ਹੁੰਦਾ ਕਿ ਇੰਟਰਵਿਊ ਨਾ ਆਏ? ਦੇਖੋ, ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਜੇ ਤੁਹਾਨੂੰ UK ਵਿਦਆਊਟ ਆਇਲਟਸ ਆਪਸ਼ਨ ਦਿੰਦਾ ਤੇ ਤੁਸੀਂ ਕਹੋ ਜੀ ਮੇਰੇ ਤੋਂ ਆਇਲਟਸ ਹੈਗੀ ਆ, ਤੇ ਮੈਂ ਤੇ ਇਹੀ ਕਹੂੰਗਾ ਸੋਨੇ ਤੇ ਸੁਹਾਗਾ ਵਾ। ਇਟਸ ਗੁੱਡ, ਤੁਹਾਡਾ ਥੋੜਾ ਪ੍ਰੋਸੈਸ 5-7 ਦਿਨ ਫਾਸਟ ਹੋ ਜਾਊਗਾ, ਬਟ ਫੀਸ ਵੀ ਓਨੀ ਆ, ਮੈਥਡ ਵੀ ਉਹੀ ਆ, ਪ੍ਰੋਟੋਕੋਲ ਵੀ ਉਹੀ ਆ, ਯੂਨੀਵਰਸਿਟੀਆਂ ਵੀ ਉਹੀ ਆ। ਬਸ ਇਹ ਵਾ ਕਿ ਜੇ ਬੱਚਾ ਆਰਟਸ ਦਾ ਹੁੰਦਾ ਤੇ ਉਹਦੀ ਦਾਖਲਾ ਚਿੱਠੀ 2-3 ਦਿਨ ਪਹਿਲਾਂ ਆ ਜਾਂਦੀ ਹੈ। ਇਹਦੇ ਤੋਂ ਇਲਾਵਾ ਜੇ ਤੁਸੀਂ ਮੈਨੂੰ ਇਹ ਪੁੱਛੋ ਕਿ ਅੰਬੈਸੀ ਇੰਟਰਵਿਊ ਦਾ ਕਿੰਨਾ ਕਿਸ ਚੀਜ਼ ਦੇ ਉੱਤੇ ਇੰਪੈਕਟ ਪੈਂਦਾ, ਦੇਖੋ ਇਹ ਚੀਜ਼ ਤੇ ਕੋਈ ਵੀ ਕਮੈਂਟ ਦੇਣਾ ਗਲਤ ਹੋਊਗਾ। ਅੰਬੈਸੀ ਵਿਦਆਊਟ ਆਇਲਟਸ ਤੇ ਵਿਦ ਆਇਲਟਸ ਕਿਸੇ ਦੀ ਵੀ ਇੰਟਰਵਿਊ ਲੈ ਸਕਦੀ ਹੈ, ਰੈਂਡਮਲੀ ਫਾਈਲਸ ਬੀਇੰਗ ਪਿਕਡ। ਜੇ ਕੋਈ ਵੀ ਕੰਸਲਟੈਂਟ, ਕੋਈ ਵੀ ਇੱਕ ਸੰਸਥਾ ਇਹ ਕਹਿੰਦੀ ਹੈ ਕਿ ਵਿਦਆਊਟ ਆਇਲਟਸ ਦੇ ਚਾਂਸਸ ਜ਼ਿਆਦਾ ਵਾ ਜਾਂ ਘੱਟ ਆ,
ਤੇ ਐਜ਼ ਪਰ ਬੈਸਟ ਆਫ ਮਾਈ ਨੌਲੇਜ ਇਹ ਚੀਜ਼ ਗਲਤ ਹੈ, ਕਿਉਂਕਿ ਜਿਹੜੀ ਅੰਬੈਸੀ ਨੇ ਇੰਟਰਵਿਊਜ਼ ਲੈਣੀਆਂ ਮੈਮ, ਉਹ ਰੈਂਡਮਲੀ ਫਾਈਲਸ ਪਿਕ ਹੋਣੀਆਂ, ਉਹ ਕਿਸੇ ਦੀਆਂ ਵੀ ਆ ਸਕਦੀਆਂ ਵਾ, ਵਿਦ ਆਰਟਸ ਵੀ ਆ ਸਕਦੀਆਂ ਤੇ ਵਿਦਆਊਟ ਆਰਟਸ। ਬਟ ਓਨੈਸਟਲੀ ਤੁਸੀਂ ਇਸ ਚੀਜ਼ ਨੂੰ ਸਮਝਿਓ, ਲਾਸਟ 90 ਡੇਜ਼ ਦੇ ਵਿੱਚ ਮੈਨੂੰ ਲੱਗਦਾ ਕੱਲਾ ਸਾਡਾ ਨਹੀਂ, ਸਭ ਏਜੰਟਸ ਦਾ ਜੇ ਤੁਸੀਂ ਜਾ ਕੇ ਰਿਵਿਊ ਲਵੋ, ਜੇ ਅੰਬੈਸੀ 'ਚ 100 ਫਾਈਲਾਂ ਜਾਂਦੀਆਂ ਵਾ, 97 ਬੱਚਿਆਂ ਦੀ ਇੰਟਰਵਿਊ ਨਹੀਂ ਆਈ। ਸੋ ਇਟਸ ਵੈਰੀ ਸਮੂਥ, ਬੜਾ ਈਜ਼ੀ ਹੈ। It is good. It is also It's depend upon excellent. luck. Yeah, It it's also excellent. depends upon luck. we can Yeah, say. great. And one thing more, ke like we see UK spouse visa ਦਿੰਦਾ ਹੈ along with student. ਬਿਲਕੁਲ। Then what is the criteria? Criteria ਕੀ ਹੁੰਦਾ? ਦੇਖੋ ਮੈਮ, ਉਹਦੇ ਵਿੱਚ ਸਪਾਊਸ ਵੀਜ਼ਾ ਤੇ ਇੱਕ ਬਹੁਤ ਹੀ ਵੱਡੀ ਓਪਰਚੁਨਿਟੀ ਆ ਸਾਡੇ ਯੂਥ ਲਈ, ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਵਾ ਬਟ ਸੈਟਲਮੈਂਟ ਇੱਥੇ ਨਹੀਂ ਹੈਗੀ। ਤੇ ਅਸੀਂ ਸਮਝਦੇ ਹਾਂ ਚਾਹੇ ਸਾਡਾ ਇੱਕ ਬਿਜ਼ਨਸ ਆ, ਚਾਹੇ ਅਸੀਂ ਉਹ ਤੋਂ ਮਨੀ ਮੇਕਿੰਗ ਆ, ਅਸੀਂ ਉਹਦੇ ਤੋਂ ਆਪਣਾ ਸਿਸਟਮ ਚਲਾਉਂਦੇ ਆ ਪੈਸੇ ਕਮਾ ਕੇ, ਉਹਦੇ ਨਾਲ ਨਾਲ ਮੈਂ ਸਮਝਦਾ ਸਾਨੂੰ ਦੁਆਵਾਂ ਮਿਲਦੀਆਂ ਲੋਕਾਂ ਦੀਆਂ ਜਦੋਂ ਇੱਕ ਫੈਮਿਲੀ ਸੈੱਟ ਹੋ ਜਾਂਦੀ ਹੈ। ਸਾਡਾ ਰੀਸੈਂਟ ਵੀਜ਼ਾ ਆਇਆ ਇੱਕ, ਤੁਹਾਨੂੰ ਉਹਦੀ ਤੁਸੀਂ ਪਲੀਜ਼ ਵੀਡੀਓ 'ਚ ਵੀ ਦਿਖਾਈਓ, ਬੇਬੀ ਦਾ ਵੀਜ਼ਾ ਨਾਲ ਆਇਆ। ਲਾਈਕ ਗੁੜੀਆ ਪੜਨ ਚੱਲੀ ਆ, ਉਹਦਾ ਬੇਬੀ ਨਾਲ ਜਾਊਗਾ ਡਿਪੈਂਡੈਂਟ, ਹਸਬੈਂਡ ਨਾਲ ਵਰਕ ਪਰਮਿਟ ਤੇ ਜਾਊਗਾ। ਤੁਸੀਂ ਆਉਣ ਵਾਲੀ ਕਲਿੱਪਸ ਦੇ ਵਿੱਚ ਪਲੀਜ਼ ਦਿਖਾਈਓ ਉਹ ਚੀਜ਼, ਤਾਂ ਕਿ ਲੋਕੀ ਅਵੇਅਰ ਹੋਣ, ਕਿਉਂਕਿ ਇੱਕ ਆਪਣਾ ਮਾਈਂਡ ਸੈਟ ਹੈ ਜੀ, ਬੱਚਾ ਹੋ ਗਿਆ ਹੁਣ ਕਿੱਦਾਂ ਅਸੀਂ ਪੜਨ ਜਾ ਸਕਦੇ। ਤੁਸੀਂ ਮੈਨੂੰ ਪੁੱਛਿਆ ਸੀ ਵਿਆਹ ਤੋਂ ਬਾਅਦ ਜਾ ਸਕਦੇ ਹੋ, ਅਸੀਂ ਤੁਹਾਨੂੰ ਕਹਿੰਦੇ ਪਏ ਹਾਂ ਕਿ ਬੱਚੇ ਤੋਂ ਬਾਅਦ ਵੀ ਜਾ ਸਕਦੇ ਹੋ। ਸੋ ਇਟਸ ਅ ਵੈਰੀ ਪੋਜ਼ਿਟਿਵ। ਯੂਕੇ ਦਾ ਜਿਹੜਾ ਮਾਈਂਡ ਸੈਟ ਆ ਇੰਡੀਅਨ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਬਹੁਤ ਪੋਜ਼ਿਟਿਵ, ਮਤਲਬ UK ਦਾ ਮਾਈਂਡ ਸੈਟ ਹੈ that is wider than other countries. ਯਾ ਬਹੁਤ ਪੋਜ਼ਿਟਿਵ। ਉਹਦਾ ਰੀਜ਼ਨ ਹੈ ਮੈਮ, ਉਹ ਇਟਸ ਇਕਨੋਮਿਕ ਬੇਸ ਰੀਜ਼ਨ ਹੈ। ਯੂਰਪ ਤੋਂ ਕੱਟ ਆਫ ਹੋ ਗਿਆ ਯੂਕੇ, ਆਪਾਂ ਸਭ ਨੂੰ ਪਤਾ ਵਾ। ਸੋ ਉੱਥੇ ਇਸ ਵਕਤ ਯੂਨੀਵਰਸਿਟੀਆਂ ਦੇ ਕੋਲ ਬੱਚੇ ਨੇਗੇ, ਯੂਨੀਵਰਸਿਟੀਆਂ 'ਚ ਫੀਸਾਂ ਨਹੀਂ ਜਾਊਗੀਆਂ ਤੇ ਯੂਕੇ ਗਵਰਨਮੈਂਟ ਨੂੰ ਟੈਕਸ ਕਿੱਥੋਂ ਆਊਗਾ? ਆਈ ਐਮ ਸੇਇੰਗ ਇਟ ਔਨ ਰਿਕਾਰਡ। ਮਤਲਬ ਦਿਸ ਇਜ਼ ਆਲ ਅਬਾਊਟ ਦ ਇਕਨੋਮੀ। ਨੋ ਵਨ ਇਜ਼ ਡੂਇੰਗ ਅ ਫੇਵਰ। It's not like that they are favoring the Indian culture. No, never. They are taking the money from the Indian students and the universities are paying tax to the UK government. So it's a vice versa. It's a chain reaction, isn't it? So, ਜਿਹੜਾ ਸਾਡਾ ਕਹਿਣ ਦਾ ਭਾਵ ਕੀ ਆ ਕਿ ਇਹ ਮਾਈਂਡਸੈਟ, ਇਹ ਇੱਕ ਜਿਹੜਾ ਮਾਈਂਡਸੈਟ ਬਣਿਆ ਹੈ ਕਿ ਵਿਆਹ ਤੋਂ ਬਾਅਦ UK ਨਹੀਂ ਜਾ ਸਕਦੇ ਜਾਂ ਆਪਾਂ ਪੜ੍ਹਨ ਨਹੀਂ ਜਾ ਸਕਦੇ, ਇਹ ਬਿਲਕੁਲ ਗਲਤ ਹੈ। that ਇਹੀ ਮੋਸਟਲੀ ਮਿਸਕਨਸੈਪਸ਼ਨ ਹੁੰਦੀ ਲੋਕਾਂ ਦੇ ਵਿੱਚ ਕਿ ਕੁਝ ਏਜੰਟਸ ਦੇ ਵੱਲੋਂ ਇਹ ਜੀ ਸਾਡੀ ਹੁਣ ਤੱਕ, ਸੌਰੀ ਮੈਂ ਤੁਹਾਡੀ ਗੱਲ ਦੇ ਵਿੱਚ ਇੰਟਰਰਪਟ ਕੀਤਾ, ਹੁਣ ਤੱਕ ਸਾਡੇ 80 ਤੋਂ 85 ਸਪਾਊਸ ਵੀਜ਼ਾਸ ਲੱਗ ਚੁੱਕੇ ਆ, ਜਿਹੜੀ ਅਸੀਂ ਤੁਹਾਨੂੰ ਇਨ ਵੀਡੀਓ ਵੀ ਦਿਖਾਵਾਂਗੇ, ਇਨ ਪਿਕਸ ਦਿਖਾਵਾਂਗੇ, ਜਿਨ੍ਹਾਂ ਵਿੱਚੋਂ 3 ਤੇ ਇਹੋ ਜਿਹੇ ਸੀ ਜਿਨ੍ਹਾਂ ਦਾ ਬੇਬੀ ਵੀ ਸੀਗਾ। ਸੋ ਆਈ ਥਿੰਕ ਇਟਸ ਵੈਰੀ ਪੋਜ਼ਿਟਿਵ। ਔਰ ਇੱਕ ਚੀਜ਼ ਹੋਰ, UK ਵੀਜ਼ਾ ਦੇ ਲਈ ਸਪਾਊਸ ਦੀ ਸਟੱਡੀ ਔਰ ਏਜ ਮੈਟਰ ਕਰਦਾ, ਡਸ ਇਟ ਮੈਟਰ ਔਰ ਨਾਟ? ਦੇਖੋ, ਇੱਕ ਪ੍ਰੋਟੋਕਾਲ ਹੁੰਦਾ ਜੀ ਯੂਨੀਵਰਸਿਟੀ ਦਾ। ਕੁਝ ਯੂਨੀਵਰਸਿਟੀਜ਼ ਕਹਿੰਦੀਆਂ ਕਿ ਅਸੀਂ ਬੈਚਲਰਸ ਘੱਟੋ ਘੱਟ ਲਵਾਂਗੇ ਤਾਂ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਆ ਸਕਦੇ ਹੋ, ਤੇ ਆਪਣੇ 90% ਕੰਸਲਟੈਂਟਸ ਇਹ ਗੱਲ ਕਹਿੰਦੇ ਆ ਕਿ +2 ਤੋਂ ਬਾਅਦ ਲੜਕੀ ਆ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦੀ। ਤੁਸੀਂ ਸੁਣਿਆ ਹੋਊਗਾ ਜਾਂ ਨਹੀਂ ਮੈਨੂੰ ਨਹੀਂ ਪਤਾ ਕਿ ਯੂਕੇ ਦੇ ਵਿੱਚ +2 ਜੇ ਗੁੜੀਆ ਨੇ ਕੀਤੀ ਆ, ਬੱਚੀ ਨੇ, ਉਹ ਆਪਣੇ ਹਸਬੈਂਡ ਨੂੰ ਨਾਲ ਨਹੀਂ ਲੈ ਕੇ ਜਾ ਸਕਦੀ ਅੰਟਿਲ ਅਨਲੈਸ ਉਹਦੀ ਬੈਚਲਰਸ ਨਾ ਹੋਵੇ। ਬਟ ਅਸੀਂ ਔਨ ਰਿਕਾਰਡ ਕਹਿੰਦੇ ਆ, ਵਿਦ ਚੈਲੰਜ ਕਹਿੰਦੇ ਆ ਕਿ ਸਾਡੇ +2 ਤੋਂ ਬਾਅਦ ਬੱਚੀ ਨੇ +2 ਕੀਤੀ ਹੋਈ, ਨਾਲ ਉਹਦੇ ਹਸਬੈਂਡ ਦਾ ਵੀਜ਼ਾ ਲੈ ਕੇ ਦਿੱਤਾ ਵਾ ਤੇ ਵੀਜ਼ਾ ਵੀ ਵਰਕ ਪਰਮਿਟ ਲੈ ਕੇ ਦਿੱਤਾ ਵਾ। ਉਹਦੇ ਵਿੱਚ ਕੁਝ ਯੂਨੀਵਰਸਿਟੀਜ਼ ਦੇ ਪ੍ਰੋਟੋਕਾਲ ਹੁੰਦੇ ਆ, ਕੁਝ ਚੀਜ਼ਾਂ ਸਾਨੂੰ ਸਮਝਣੀਆਂ ਪੈਂਦੀਆਂ ਵਾ, ਜਿਹੜੀਆਂ ਅਸੀਂ ਜ਼ਿਆਦਾ ਲੂਪ ਹੋਲਸ ਇੱਥੇ ਨਹੀਂ ਦੱਸ ਸਕਦੇ। ਬਟ ਅਸੀਂ ਇਹ ਕਮਿਟਮੈਂਟ ਦਿੰਦੇ ਆ ਕਿ +2 ਤੋਂ ਬਾਅਦ ਵੀ ਤੁਸੀਂ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾ ਸਕਦੇ ਹੋ। ਨਹੀਂ ਤੇ ਨਾਰਮਲੀ ਇੱਕ ਜਿਹੜਾ ਪੈਟਰਨ ਚੱਲਦਾ ਪਿਆ ਜੋ ਅਸੀਂ ਦੇਖਿਆ ਆਪਣੇ ਸਮਾਜ ਦੇ ਵਿੱਚ ਕਿ ਉਹ ਬੈਚਲਰਸ ਤੋਂ ਬਾਅਦ ਹੀ ਸਮਝ ਲੈ ਕੇ ਜਾ ਸਕਦੇ ਆ। ਸੈਕੰਡ, ਏਜ ਦੀ ਕੋਈ ਲਿਮਿਟ ਨਹੀਂ ਜੀ, ਕੋਈ ਵੀ ਏਜ ਦਾ ਬੱਚਾ ਹੋਵੇ ਉਹ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾ ਸਕਦਾ ਜਾਂ ਆਪਣੀ ਵਾਈਫ ਨੂੰ ਨਾਲ ਲੈ ਕੇ ਜਾ ਸਕਦਾ। ਤੇ ਇੱਕ ਚੀਜ਼ ਹੋਰ, ਇੱਕ ਸਵਾਲ ਆ ਰਿਹਾ ਦਿਮਾਗ ਦੇ ਵਿੱਚ, ਕਿਉਂਕਿ ਕੁਝ ਏਜੰਟਸ ਕਹਿੰਦੇ ਨੇ ਕਿ UK ਦਾ ਵੀਜ਼ਾ ਵਿਦਆਊਟ ਆਇਲਸ ਕਲੋਜ਼ ਹੋ ਚੁੱਕਿਆ ਔਰ ਜਿਨ੍ਹਾਂ ਦੀ ਅਕੈਡਮਿਕ ਕੁਆਲੀਫਿਕੇਸ਼ਨ ਲੋ ਹੈ ਉਹਨਾਂ ਲਈ ਰਿਫਿਊਜ਼ਲ ਦੇ ਚਾਂਸਸ ਬਹੁਤ ਜ਼ਿਆਦਾ ਨੇ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੈਂਦੇ ਹੋ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਸਮਝਾ ਪਾਓਗੇ? ਕਿ ਜਿਹੜਾ ਐਕੈਡੈਮਿਕ ਮਾਰਕਸ ਘੱਟ ਹੋਣਾ, ਇਹਦੀ ਬੇਸ ਤੇ ਵੀਜ਼ਾ ਨਹੀਂ ਆਊਗਾ, ਇਹ ਟੋਟਲੀ ਗਲਤ ਹੈ। ਹਾਂ, ਐਕੈਡੈਮਿਕ ਮਾਰਕਸ ਜ਼ਿਆਦਾ ਘੱਟ ਹੋਣ ਤੇ ਤੁਹਾਨੂੰ ਯੂਨੀਵਰਸਿਟੀ ਦਾਖਲਾ ਨਾ ਦੇਵੇ, ਇਹ ਚੀਜ਼ ਤੇ ਮੈਂ ਮੰਨ ਸਕਦਾ ਹਾਂ। ਮਤਲਬ ਇਸ ਚੀਜ਼ ਦੇ ਵਿੱਚ ਇੱਕ ਬੜਾ ਵੱਡਾ ਬ੍ਰਿਜ ਹੈ ਮੈਮ, ਸਮਝਣਾ ਪਊਗਾ ਆਪਾਂ ਨੂੰ ਕਿ ਯੂਕੇ ਦਾ ਫਾਈਲਿੰਗ ਸਿਸਟਮ ਕੀ ਹੈ। ਯੂਕੇ ਕਹਿੰਦਾ ਜੀ ਤੁਸੀਂ ਯੂਨੀਵਰਸਿਟੀ ਕੋਲੋਂ ਕੈਸ਼ ਲਵੋ, ਉਹਦੇ ਪੁਆਇੰਟਸ ਆ, ਪਲੱਸ ਤੁਸੀਂ ਇੰਨੇ ਫੰਡ ਸ਼ੋ ਕਰੋ, ਉਹਦੇ ਵੀ ਪੁਆਇੰਟਸ ਆ।
ਤੁਹਾਡੇ ਪੁਆਇੰਟਸ ਕੰਪਲੀਟ ਹੋਣ ਤੋਂ ਬਾਅਦ ਯੂਕੇ ਐਮਬੈਸੀ ਵੀਜ਼ਾ ਰਿਜੈਕਸ਼ਨ ਨਹੀਂ ਦੇ ਸਕਦੀ until unless ਉਹ ਤੁਹਾਡੀ ਐਮਬੈਸੀ ਇੰਟਰਵਿਊ ਲਵੇ ਤੇ ਤੁਸੀਂ ਐਮਬੈਸੀ 'ਚ ਇੰਟਰਵਿਊ 'ਚ ਕੁਝ ਨਾ ਬੋਲ ਪਾਓ। ਮਤਲਬ ਕਿ ਕਹਿਣ ਦਾ ਭਾਵ ਉਹ ਰਿਫਿਊਜ਼ਲ ਲੈਟਰ ਤੁਸੀਂ ਪਿਛਲੇ 3 ਸਾਲਾਂ ਦੀ ਇੱਕ ਵੀ ਮੈਨੂੰ ਕਿਸੇ ਵੀ ਏਜੰਟ ਦੀ ਦਿਖਾ ਦਿਓ ਜਿਹਦੇ ਤੇ ਉਹਨਾਂ ਨੇ ਇਹ ਲਿਖਿਆ ਹੋਵੇ ਕਿ ਬੱਚੇ ਦੇ ਐਕੈਡੈਮਿਕ ਮਾਰਕਸ ਘੱਟ ਸੀਗੇ ਤਾਂ ਵੀਜ਼ਾ ਨਹੀਂ ਦਿੱਤਾ ਗਿਆ। ਕੈਨੇਡਾ 'ਚ ਇਦਾਂ ਹੋ ਸਕਦਾ ਵਾ, ਯੂਕੇ ਦੇ ਵਿੱਚ ਇਹ ਮਤਲਬ ਚੀਜ਼ ਵੇਰੀ ਕਰਦਾ ਕੰਟਰੀ ਟੂ ਕੰਟਰੀ। ਬਿਲਕੁਲ ਜੀ, ਇਹ ਟੈਕਨੀਕਲ ਐਸਪੈਕਟਸ ਆਪਾਂ ਨੂੰ ਯੂਕੇ ਦੇ ਸਮਝਣੇ ਪਊਗੇ। ਜਿਹੜੀ ਸਾਡੀ ਫਾਈਲਿੰਗ ਟੀਮ ਹੈ ਵਿੱਚ ਕੁਝ ਯੂਕੇ ਦੇ ਸੋਲਿਸਿਟਰਸ ਆ who have been working as a solicitor in the UK and now they are working in WEIC as a filing officers. So they know the loopholes ਕਿ ਵੀਜ਼ਾ ਆਉਣਾ ਕਿੱਦਾਂ ਵਾ। ਸੋ ਜਿਹੜਾ ਤੁਹਾਡਾ ਕੁਐਸਚਨ ਸੀ ਮੈਂ ਮੁੜ ਕੇ ਉਹਦੇ ਤੇ ਵਾਪਸ ਆਉਣ ਲੱਗਾ ਕਿ ਐਕੈਡੈਮਿਕਸ ਮਾਰਕਸ ਘੱਟ ਹੋਣ ਉਹਦੇ ਬਿਹਾਫ ਤੇ ਰਿਫਿਊਜ਼ਲ ਆ ਸਕਦੀ? ਨਹੀਂ ਜੀ, ਬਿਲਕੁਲ ਵੀ ਨਹੀਂ। ਰਿਫਿਊਜ਼ਲ ਬਸ ਇਸ ਬਿਹਾਫ ਤੇ ਆ ਸਕਦੀ ਹੈ ਕਿ ਐਮਬੈਸੀ ਨੇ ਬਾਏ ਦ ਵੇ ਕਿਸੇ ਬੱਚੇ ਦੀ ਸਹੁੰ ਪਿੱਛੇ ਇੱਕ ਦੀ ਇੰਟਰਵਿਊ ਲੈ ਲਈ ਤੇ ਬੱਚੇ ਨੇ ਜਵਾਬ ਸਹੀ ਨਹੀਂ ਦਿੱਤਾ ਜਾਂ ਤੁਸੀਂ ਕੋਈ ਫਰਾਡੂਲੈਂਟ ਡਾਕੂਮੈਂਟ ਲਾਇਆ। ਫਰਾਡੂਲੈਂਟ ਡਾਕੂਮੈਂਟ ਦੇ ਅਸੀਂ 101% ਖਿਲਾਫ ਹੈ ਕਿਉਂਕਿ ਐਮਬੈਸੀ ਤੁਹਾਡੇ ਨਾਲ ਪੋਜ਼ਿਟਿਵ ਚੱਲਦੀ ਪਈ ਹੈ। ਤੁਸੀਂ ਨਕਲੀ ਸਰਟੀਫਿਕੇਟਸ ਲਗਾਉਣੇ ਹੀ ਕਿਉਂ? ਤੁਸੀਂ ਨਕਲੀ ਕੋਈ ਵੀ ਵਿੱਚ ਚੀਜ਼ ਲਗਾਉਣੀ ਹੀ ਕਿਉਂ? ਜੇ ਇਹੋ ਜਿਹਾ ਕੋਈ ਵੀ ਚੀਜ਼ ਲੱਗੀ ਹੋਊਗੀ ਫਿਰ ਤੁਹਾਡਾ ਵੀਜ਼ਾ ਨਹੀਂ ਆਉਣਾ। ਜੇ ਤੁਸੀਂ ਸੱਚ ਦੇ ਬੇਸ ਤੇ ਲੈਸ ਐਕੈਡੈਮਿਕਸ ਨਾਲ ਕਾਲਜ ਦੇ ਕੋਲੋਂ ਕੈਸ਼ ਲੈ ਕੇ ਫਾਈਲ ਲਗਾਉਂਦੇ ਹੋ ਕਦੀ ਵੀ ਲੋ ਐਕੈਡੈਮਿਕਸ ਦਾ ਇਸ਼ੂ ਨਹੀਂ ਆਉਂਦਾ। ਮਤਲਬ ਗਗਨਦੀਪ ਜੀ ਦੇ ਮੁਤਾਬਕ ਲੋ ਐਕੈਡੈਮਿਕਸ ਜੋ ਸਟੂਡੈਂਟਸ ਨੇ ਉਹਨਾਂ ਨੂੰ ਰਿਫਿਊਜ਼ਲ ਦੇ ਚਾਂਸਸ ਯੂਕੇ ਦੇ ਵਿੱਚ ਘੱਟ ਨੇ ਰਦਰ ਦੈਨ ਅਦਰ ਕੰਟਰੀਜ਼, ਔਰ ਬਸ਼ਰਤੇ ਕਿ ਤੁਹਾਡੇ ਸਰਟੀਫਿਕੇਟਸ ਡੁਪਲੀਕੇਟ ਨਾ ਹੋਣ। ਤੇ ਇਥਿਕਸ ਵਾਲੇ ਹੈ ਕਿ ਜਿਨ੍ਹਾਂ ਸਟੂਡੈਂਟਸ ਦਾ ਗੈਪ ਹੁੰਦਾ ਕਿ ਉਹ ਯੂਕੇ ਸਟੱਡੀ ਵੀਜ਼ਾ ਦੇ ਲਈ ਐਲੀਜੀਬਲ ਨੇ, ਤੇ ਜੇਕਰ ਐਲੀਜੀਬਲ ਨੇ ਤਾਂ ਕਿੰਨੇ ਸਾਲਾਂ ਦਾ ਗੈਪ ਹੈ ਜਿਹੜਾ ਉਹ ਚੱਲ ਸਕਦਾ ਹੈ? ਬੜਾ ਐਡਵਾਂਸ ਲੈਵਲ ਕੁਐਸਚਨ ਹੈ ਮੈਮ ਤੁਹਾਡਾ। ਦੇਖੋ ਗੈਪ ਕੀ ਹੁੰਦਾ ਵਾ? ਗੈਪ ਆਪਾਂ ਕਹਿ ਦਿੱਤਾ ਜੀ 2016 ਚ ਬੱਚੇ ਨੇ ਪੜ੍ਹਾਈ ਛੱਡੀ, ਬਟ 2016 ਤੋਂ ਲੈ ਕੇ ਹੁਣ ਤੱਕ ਉਹਨੇ ਕੀਤਾ ਕੀ? ਉਹਦੇ ਫਾਦਰ ਦੀ ਸ਼ਾਪ ਸੀ, ਉੱਥੇ ਬਹਿੰਦਾ ਸੀ, ਉਹ ਗੈਪ ਨਹੀਂਗਾ ਜੀ। ਉਹਨਾਂ ਦਾ ਫਾਰਮਿੰਗ ਦਾ ਕੰਮ ਸੀਗਾ, ਉਹਨਾਂ ਦੀਆਂ ਨਾਲ ਐਨੀਮਲਸ ਰੱਖੇ ਸੀਗੇ, ਲਾਈਕ ਦੁੱਧ ਦਾ ਕੰਮ ਸੀਗਾ, ਉਹਨੇ ਉਹ ਕੰਮ ਕੀਤਾ, ਉਹਦੀ ਸਰਟੀਫਿਕੇਸ਼ਨ ਨਾਲ ਦਵੇ, ਉਹ ਗੈਪ ਨਹੀਂਗਾ। ਸੋ ਵੀ ਹੈਵ ਟੂ ਜਸਟੀਫਾਈ ਦਾ ਗੈਪ ਕਿ ਉਸ ਗੈਪ ਦੇ ਵਿੱਚ ਬੱਚੇ ਨੇ ਕੀਤਾ ਕੀ ਹੈ। ਦਿਸ ਇਜ਼ ਆਲ ਅਬਾਊਟ ਕਿ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋਇਆ ਕੇਸ ਯੂਕੇ ਸਟੱਡੀ ਵੀਜ਼ਾ ਲਈ ਲੱਗ ਸਕਦਾ ਹੈ? ਬਿਲਕੁਲ ਲੱਗ ਸਕਦਾ ਜੀ। ਸਾਡੇ ਰੀਸੈਂਟ ਵੀਜ਼ਾਸ ਆਏ ਆ, ਕੈਨੇਡਾ ਰਿਫਿਊਜ਼ਲ ਵਾਲੇ ਬੱਚੇ ਆਏ ਆ। ਤੁਸੀਂ ਇਸ ਚੀਜ਼ ਦੇ ਉੱਤੇ ਵੀ ਮੈਂ ਤੁਹਾਨੂੰ ਕਹਿੰਦਾ ਯੂਕੇ ਰਿਫਿਊਜ਼ ਵੀਜ਼ਾਸ ਵੀ ਸਾਡੇ ਆਏ ਆ ਤੇ ਆਉਣ ਵਾਲੀ ਕਲਿੱਪ ਦੇ ਵਿੱਚ ਮੈਂ ਤੁਹਾਨੂੰ ਬੱਚਿਆਂ ਦੀਆਂ ਪਿਕਸ ਦਊਂਗਾ, ਤੁਸੀਂ ਪਲੀਜ਼ ਡਿਸਪਲੇ ਤੇ ਲਾਓ। ਇਟ ਲੁਕਸ ਨਾਈਸ ਐਂਡ ਜੋ ਤੁਸੀਂ ਕਿਹਾ ਚੰਗਾ ਲੱਗ ਰਿਹਾ ਸੁਣਨ ਦੇ ਵਿੱਚ, ਸਟੂਡੈਂਟਸ ਨੂੰ ਵੀ ਚੰਗਾ ਲੱਗਦਾ ਹੋਵੇਗਾ ਜੇ ਸੁਣ ਰਹੇ ਨੇ। ਪਰ ਇੱਥੇ ਇੱਕ ਸਵਾਲ ਹੋਰ ਆ ਰਿਹਾ ਕਿ ਜੇਕਰ ਇੰਟਰਵਿਊ ਦੇ ਵਿੱਚੋਂ ਸਟੂਡੈਂਟਸ ਕਲੀਅਰ ਨਹੀਂ ਹੋ ਪਾਉਂਦੇ, ਇੰਟਰਵਿਊਜ਼ ਨਹੀਂ ਕੱਢ ਪਾਉਂਦੇ, ਦੈਨ ਵਾਟ ਇਜ਼ ਦ ਨੈਕਸਟ ਚਾਂਸ? ਦੇਖੋ ਇਹ ਤੁਸੀਂ ਕਾਲਜ ਦੇ ਬਿਹਾਫ ਤੇ ਪੁੱਛਦੇ ਪਏ ਕਿ ਐਮਬੈਸੀ ਦੇ ਬਿਹਾਫ ਤੇ? ਪਹਿਲੀ ਚੀਜ਼ ਦੇਖੋ, ਜੇ ਬੱਚਾ ਐਮਬੈਸੀ ਦੀ ਇੰਟਰਵਿਊ ਨਹੀਂ ਕੱਢ ਪਾਉਂਦਾ ਤੇ ਐਮਬੈਸੀ ਉਹਨੂੰ ਰਿਜੈਕਸ਼ਨ ਦਊਗੀ, ਆਬਵੀਅਸ ਹੈ। ਬਟ ਇਹਦੇ ਵਿੱਚ ਮੈਂ ਇੱਕ ਚੀਜ਼ ਪਹਿਲਾਂ ਦੱਸ ਦੇਵਾਂ ਕਿ ਐਮਬੈਸੀ ਦੀ ਇੰਟਰਵਿਊ ਆਉਣ ਦੇ ਚਾਂਸਸ ਬਹੁਤ ਘੱਟ ਆ। 100 ਪਿੱਛੇ 5-7 ਬੱਚਿਆਂ ਦੀ ਮਸਾਂ ਆਉਂਦੀ ਆ, ਬਟ ਅਨਫੋਰਚੂਨੇਟਲੀ ਜੇ ਕਿਸੇ ਬੱਚੇ ਦੀ ਇੰਟਰਵਿਊ ਨਹੀਂ ਨਿਕਲਦੀ ਉਸ ਵਿੱਚ ਅਸੀਂ ਇੱਕ ਯੂਕੇ ਗਵਰਨਮੈਂਟ ਨੇ ਸਾਨੂੰ ਅਥਾਰਟੀ ਦਿੱਤੀ ਆ 28 ਦਿਨਾਂ ਦੇ ਵਿੱਚ ਰਿਵਿਊ ਪਾ ਦਿਓ। ਇਹ ਬੜੀ ਇੱਕ ਧਿਆਨ ਨਾਲ ਸਮਝਣ ਦੀ ਚੀਜ਼ ਹੈ। ਰਿਵਿਊ ਦਾ ਮਤਲਬ ਕੀ ਹੈ? ਰੀਵਿਊ ਮਾਈ ਐਪਲੀਕੇਸ਼ਨ, ਰੀਵਿਊ ਮਾਈ ਐਮਬੈਸੀ ਇੰਟਰਵਿਊ। ਉਹਦੇ ਵਿੱਚ ਤੁਹਾਡੀ ਫਾਈਲ ਅੱਗੇ ਪਾਸ ਹੋ ਜੂਗੀ। ਤੁਹਾਡੀ ਫਾਈਲ ਅਗਲੇ ਜਿਹੜੇ ਵੀ ਵੀਜ਼ਾ ਅਫਸਰ ਕੋਲ ਜਾਊਗੀ ਉਹ ਤੁਹਾਡੀ ਦੁਬਾਰਾ ਇੰਟਰਵਿਊ ਲੈ ਸਕਦਾ ਵਾ। ਤੇ ਜੇ ਉਹ ਤੁਹਾਡੀ ਦੁਬਾਰਾ ਇੰਟਰਵਿਊ ਦੇ ਵਿੱਚ ਉਹਨੂੰ ਲੱਗਦਾ ਕਿ ਬੱਚਾ ਹੁਣ ਸਹੀ ਬੋਲਿਆ ਵਾ ਜਾਂ ਉਦੋਂ ਬੱਚਾ ਕਨਫਿਊਜ਼ ਹੋ ਗਿਆ ਸੀ, ਜਾਂ ਸਮ ਟਾਈਮ ਕੀ ਹੁੰਦਾ ਬੱਚਾ ਇੱਕੋਦਮ ਪੈਨਿਕ ਹੋ ਜਾਂਦਾ, ਇੰਟਰਵਿਊ ਆਈ ਆ, ਸੋ ਹੀ ਫੇਲਸ ਟੂ ਡਿਲੀਵਰ ਬਟ ਹੀ ਨੋਜ਼, ਬਟ ਨੈਕਸਟ ਟਾਈਮ ਹੀ ਇਜ਼ ਮੈਂਟਲੀ ਪ੍ਰੀਪੇਅਰਡ, ਯੈਸ ਹੁਣ ਆਉਣੀ ਆ, ਐਂਡ ਹੀ ਕਲੀਅਰਸ। ਐਂਡ ਵੀ ਹੈਵ ਡਨ ਦਿਸ, ਇਟ ਹੈਜ਼ ਹੈਪਨਡ ਮੈਨੀ ਟਾਈਮਸ ਕਿ ਫਸਟ ਟਾਈਮ ਦੇ ਵਿੱਚ ਬੱਚਾ ਪਾਸ ਨਹੀਂ ਹੋਇਆ, 28 ਦਿਨ ਬਾਅਦ ਉਹਦਾ ਰਿਵਿਊ ਐਪਲੀਕੇਸ਼ਨ ਗਿਆ ਤੇ ਬੱਚਾ ਪਾਸ ਹੋਇਆ। ਤੇ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ, 3-4 ਐਪਲੀਕੇਸ਼ਨ ਸਾਡੀਆਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਐਮਬੈਸੀ ਇੰਟਰਵਿਊ ਰਿਜੈਕਸ਼ਨ ਸੀਗੀ, ਰਿਵਿਊ ਪਾਇਆ ਗਿਆ ਤੇ ਸੈਕੰਡ ਰਿਵਿਊ ਦੇ ਵਿੱਚ ਉਹਨਾਂ ਨੇ ਇੰਟਰਵਿਊ ਵੀ ਨਹੀਂ ਲਈ। ਓਕੇ, ਆਈ ਐਮ ਸੇਇੰਗ ਦਿਸ ਔਨ ਅ ਰਿਕਾਰਡ। ਇੱਕ ਬੜਾ ਵੱਡਾ ਇੱਕ ਯੂਕੇ ਦਾ ਮਾਈਂਡਸੈਟ ਸਮਝਣ ਦੀ ਲੋੜ ਆ ਕਿ ਯੂਕੇ ਐਮਬੈਸੀ ਤੁਹਾਨੂੰ ਲੈ ਕੇ ਕਿੰਨੀ ਪੋਜ਼ਿਟਿਵ ਹੈ ਕਿ ਇੱਕ ਵੀਜ਼ਾ ਅਫਸਰ ਨੇ ਤੁਹਾਡਾ ਵੀਜ਼ਾ ਰਿਜੈਕਸ਼ਨ ਕੀਤਾ ਔਨ ਦਾ ਬਿਹਾਫ ਆਫ ਐਮਬੈਸੀ ਇੰਟਰਵਿਊ, ਬਟ ਦੂਜਾ ਵੀਜ਼ਾ ਅਫਸਰ ਤੁਹਾਨੂੰ ਵੀਜ਼ਾ ਦਿੰਦਾ ਪਿਆ ਵਿਦਆਊਟ ਟੇਕਿੰਗ ਦੀ ਰੀ ਇੰਟਰਵਿਊ। ਸੋ ਇੱਥੋਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਯੂਕੇ ਦਾ ਜਿਹੜਾ ਮਾਈਂਡਸੈਟ ਆ ਸਾਨੂੰ ਲੈ ਕੇ ਬੜਾ ਅਨੁਕੂਲ ਆ, ਉਹ ਬੜਾ ਪੋਜ਼ਿਟਿਵ ਆ
ਤੇ ਅਸੀਂ ਉਸ ਨੂੰ ਓਪਰਚੁਨਿਟੀ 'ਚ ਬਦਲੀਏ। ਕਦੇ ਕੋਈ ਟਿਪੀਕਲ ਕੇਸ ਤੁਹਾਡੇ ਕੋਲ ਆਇਆ? ਕਿਸ ਤਰ੍ਹਾਂ ਦੇ ਟਿਪੀਕਲ ਕੇसेस ਹੁੰਦੇ ਨੇ ਕਿ ਕਦੇ ਕੋਈ ਤੁਹਾਡਾ ਕੇਸ ਕਿਸੇ ਇਸ਼ੂ ਦੇ ਕਾਰਨ ਸਟਕ ਵੀ ਹੋਇਆ? ਜੀ ਦੇਖੋ, ਇਹਦੇ ਵਿੱਚ ਕੋਈ ਲਕੋ ਨਹੀਂਗਾ। ਜਦੋਂ ਆਪਾਂ ਕਿਸੇ ਵੀ ਮੰਜ਼ਿਲ ਵੱਲ ਵੱਧਦੇ ਹਾਂ, ਕਿਸੇ ਵੀ ਡੈਸਟੀਨੇਸ਼ਨ ਵੱਲ ਵੱਧਦੇ ਹਾਂ, ਹਰਡਲਸ ਆਉਣੀਆਂ, ਰੁਕਾਵਟਾਂ ਆਉਣੀਆਂ ਇੱਕ ਲਾਜ਼ਮੀ ਚੀਜ਼ ਹੈ ਤੇ ਮੈਂ ਸਮਝਦਾ ਆਉਣੀਆਂ ਚਾਹੀਦੀਆਂ ਵਾ। ਉਹਦੇ ਨਾਲ ਤੁਹਾਡਾ ਐਕਸਪੀਰੀਅੰਸ ਵੱਧਦਾ, ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਆ, ਤੁਹਾਡਾ ਵਿਊ ਵਾਈਡ ਹੁੰਦਾ। 2020 ਦੇ ਵਿੱਚ ਸਾਡੇ ਕੋਲ ਇੱਕ ਗੁੜੀਆ ਆਈ ਸੀ ਸਤਵੰਤ, 19 ਦੇ ਵਿੱਚ। ਉਹਦਾ ਵੀਜ਼ਾ ਲਗਭਗ 7 ਮਹੀਨਿਆਂ ਬਾਅਦ ਆਇਆ। ਸਾਨੂੰ ਖੁਦ ਨੂੰ ਯਾਦ ਆ ਕਿ 6 ਮਹੀਨੇ 7 ਮਹੀਨੇ ਇੱਕ ਫਾਈਲ ਤੇ ਲੱਗ ਜਾਣਾ ਇੱਕ ਬੜਾ ਵੱਡਾ, ਕਿਉਂਕਿ ਆਪਾਂ ਜਨਰਲੀ 2 ਜਾਂ 3 ਮਹੀਨੇ 'ਚ ਵੀਜ਼ਾ ਨਿਕਲ ਜਾਂਦੇ ਆ। ਉਹਦੇ ਵਿੱਚ ਕੀ ਹੋਇਆ, ਇੱਕ ਤੇ ਉਹ ਸਪਾਊਸ ਕੇਸ ਸੀਗਾ, ਕੋਈ ਇਸ਼ੂ ਨਹੀਂ। 2010 ਦੀ ਪਾਸ ਆਊਟ ਸੀ, 9.5 ਸਾਲ ਦਾ ਗੈਪ ਸੀ, ਮਾਰਕਸ ਐਕੈਡੈਮਿਕ ਲੋ ਸੀਗੇ, ਬਟ ਬੱਚੀ ਦੀ ਇੰਗਲਿਸ਼ ਇੰਨੀ ਵਧੀਆ ਨਹੀਂ ਸੀ। ਬਟ 2-3 ਮਹੀਨੇ ਉਹਦੀ ਇੰਟਰਵਿਊਜ਼ ਦਿੱਤੀਆਂ ਯੂਨੀਵਰਸਿਟੀ ਦੀਆਂ, ਯੂਨੀਵਰਸਿਟੀ ਨੂੰ ਨਹੀਂ ਸਹੀ ਲੱਗਾ, ਉਹਨਾਂ ਨੇ ਅਗੇਨ ਚਾਂਸ ਦਿੱਤਾ। ਬਟ 6ਵੇਂ ਮਹੀਨੇ ਜਾਂ 5ਵੇਂ ਮਹੀਨੇ ਦੇ ਲਾਸਟ ਉਹਦਾ ਵੀਜ਼ਾ ਆ ਗਿਆ। ਬਟ ਉਹ ਵੀਜ਼ਾ ਲੈ ਕੇ ਸਾਨੂੰ ਜਿਹੜੀ ਖੁਸ਼ੀ ਹੋਈ ਕਿ ਹਾਂਜੀ ਇੱਦਾਂ ਵੀ ਹੋ ਸਕਦਾ ਵਾ, ਉਹ ਸਾਡੇ ਲਈ ਇੱਕ ਸਾਡਾ ਵਿਊ ਨੂੰ ਵੱਡਾ ਬਣਾ ਗਈ। ਆਈ ਥਿੰਕ ਉਹ ਕੇਸ ਨੇ ਸਾਡਾ ਵਿਊ ਜਿਹੜਾ ਯੂਕੇ ਨੂੰ ਲੈ ਕੇ ਆ ਉਹ ਵਾਈਡ ਕੀਤਾ। ਹਰਡਲਸ ਆਈ, ਹਰਡਲਸ ਨੂੰ ਆਪਾਂ ਓਵਰਕਮ ਕੀਤਾ ਤੇ ਸਾਡਾ ਵਿਊ ਵਾਈਡ ਹੋਇਆ। ਨਹੀਂ ਤੇ ਅਸੀਂ ਵੀ ਸੋਚਦੇ ਸੀ 2009-10 ਪਾਸ ਆਊਟ ਦਾ ਵੀਜ਼ਾ ਕਿੱਦਾਂ ਆ ਸਕਦਾ। ਸੋ ਇਹੋ ਜਿਹੇ ਕੇਸਿਸ ਆਉਂਦੇ ਆ, ਅਸੀਂ ਵੈਲਕਮ ਆ, ਅਸੀਂ ਪੋਜ਼ਿਟਿਵ ਮਾਈਂਡਸੈਟ ਨਾਲ ਉਹਨੂੰ ਲੈਂਦੇ ਆ ਐਂਡ ਵੀ ਟੈਕਲ ਇਟ ਹੈਂਡਸਮ ਵੇ। ਤੇ ਗਗਨਦੀਪ, ਇੱਕ ਚੀਜ਼ ਹੋਰ ਜੋ ਅਕਸਰ ਲੋਕ ਜਾਣਨਾ ਚਾਹੁੰਦੇ ਹੁੰਦੇ ਨੇ ਕਿ ਅਸੀਂ ਯੂਕੇ ਜਾਣਾ ਚਾਹੁੰਦੇ ਹਾਂ ਪਰ ਕੁਝ ਮਿਸਕਨਸੈਪਸ਼ਨਸ ਹੁੰਦੀਆਂ ਕਿ ਉੱਥੇ ਜਾ ਕੇ ਕੰਮ ਨਹੀਂ ਮਿਲਦਾ। ਕੀ ਇਹ ਕਨਸੈਪਸ਼ਨ ਸਹੀ ਹੈ ਜਾਂ ਫਿਰ ਉੱਥੇ ਜਾ ਕੇ ਸਟੱਡੀ ਦੇ ਨਾਲ ਨਾਲ ਕੰਮ ਮਿਲ ਵੀ ਜਾਂਦਾ ਆ? ਦੇਖੋ ਜੀ, ਇਨ ਦਾ ਲਾਸਟ ਕਲਿੱਪ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਵਾ ਕਿ ਯੂਕੇ ਯੂਰਪ ਤੋਂ ਅੱਡ ਹੋ ਗਿਆ। ਯੂਕੇ ਦੀ ਜਿਹੜੀ ਆਪਣੀ ਪਾਪੂਲੇਸ਼ਨ ਹੈ ਉਹ ਸੀਨੀਅਰ ਸਿਟੀਜ਼ਨ ਹੈ, ਜ਼ਿਆਦਾ ਕਾਫੀ ਵੱਡੀ ਗਿਣਤੀ ਸੀਨੀਅਰ ਸਿਟੀਜ਼ਨਸ ਆ। ਉਹਨਾਂ ਦੇ ਕੋਲ ਮੈਨੂਅਲ ਜੌਬਸ ਲਈ ਬੰਦੇ ਨਹੀਂ ਹੈਗੇ। ਇਹ ਇੱਕ ਕੋੜਾ ਸੱਚ ਹੈ ਯੂਕੇ ਇਕਨੋਮੀ ਦਾ ਕਿ ਉੱਥੇ ਜਿਹੜੀ ਡਿਵੈਲਪਮੈਂਟ ਦੀ ਪੇਸ ਸਲੋ ਗਈ ਸੀ, ਉਹ ਤਾਂ ਹੀ ਹੋ ਗਈ ਸੀ ਉਹਨਾਂ ਕੋਲ ਸਾਧਨ ਤੇ ਬਹੁਤ ਆ, ਪੈਸਾ ਤੇ ਬੜਾ ਵਾ, ਬਟ ਉਹਨਾਂ ਕੋਲ ਮੈਨੂਅਲ ਪਾਵਰ ਨਹੀਂ ਸੀ। ਜਿਹਦਾ ਇੱਕ ਰੀਜ਼ਨ ਹੈ ਕਿ ਉਹਨਾਂ ਨੇ ਸਟੂਡੈਂਟ ਵੀਜ਼ਾ ਖੋਲ੍ਹਿਆ ਕਿ ਉਹਨਾਂ ਦੀ ਇਕਨੋਮੀ 'ਚ ਆਉਣ, ਲੋਕੀ ਕੰਮ ਦੇ ਉੱਤੇ ਜਾਣ, ਬਿਲਡਿੰਗਸ ਨਵੀਆਂ ਬਣਨ ਤੇ ਉਹਦੇ ਵਾਸਤੇ ਲੇਬਰ ਚਾਹੀਦੀ ਹੈ। ਅੱਗੇ ਉਹ ਯੂਰਪ ਤੋਂ ਕਾਫੀ ਵੱਡੀ ਗਿਣਤੀ 'ਚ ਆਉਂਦੀ ਸੀਗੀ। ਸੋ ਕਹਿਣ ਦਾ ਭਾਵ ਜਿਹੜਾ ਅੱਜ ਦੀ ਡੇਟ ਦੇ ਵਿੱਚ ਫਿਜ਼ੀਕਲੀ ਫਿਟ, ਮੈਂਟਲੀ ਅਲਰਟ ਬੱਚਾ ਉੱਥੇ ਜਾਂਦਾ ਵਾ, ਉਹਦੀ ਜਿਹੜੀ ਆਮਦਨ ਆ ਬਹੁਤ ਹੈਂਡਸਮ ਆ। ਔਨ ਰਿਕਾਰਡ ਮੈਂ ਨਹੀਂ ਦੱਸਣਾ ਚਾਹੂੰਗਾ, ਚਲੋ ਇਟਸ ਓਕੇ, ਬਟ ਬਹੁਤ ਹੈਂਡਸਮ ਮਨੀ ਕਮਾਉਂਦਾ ਪਿਆ। ਬਟ ਔਨ ਰਿਕਾਰਡ ਮੈਂ ਇਹ ਗੱਲ ਕਹਿਣਾ, ਆਲਮੋਸਟ ਜਿੰਨਾ ਬੱਚਾ ਕੈਨੇਡਾ 'ਚ ਕਮਾਉਂਦਾ ਇੱਥੇ ਡਬਲ ਕਮਾਉਂਦਾ ਪਿਆ ਵਾ। ਦੈਟਸ ਆਈ ਐਮ ਸੇਇੰਗ ਔਨ ਰਿਕਾਰਡ, ਯੂ ਕੈਨ ਚੈੱਕ। ਸਾਡੇ ਬੱਚੇ ਗਏ ਹੋਏ ਆ, ਤੁਸੀਂ ਉਹਨਾਂ ਨੂੰ ਕਾਲ ਲਗਾ ਕੇ ਪੁੱਛਦੇ ਹੈਪੀ। ਸੋ ਦੇ ਆਰ ਅਰਨਿੰਗ ਹੈਂਡਸਮ, ਦੇ ਆਰ ਲਿਵਿੰਗ ਹੈਂਡਸਮ। ਹੋਰ ਕੀ ਚਾਹੀਦਾ ਆਪਾਂ ਨੂੰ? ਦੇਖੋ ਉਹ 'ਚ 2 ਚੀਜ਼ਾਂ ਵਾ ਮੈਮ। ਫਸਟ ਆਫ ਆਲ ਤੁਸੀਂ ਸਭ ਤੋਂ ਪਹਿਲਾਂ ਤੇ ਇਹ ਦੇਖੋ ਕਿ ਜਿਹੜੀ ਸੰਸਥਾ ਦੇ ਵਿੱਚ ਤੁਸੀਂ ਜਾਂਦੇ ਹੋ ਉਸ ਸੰਸਥਾ ਨੇ ਵੀਜ਼ੇ ਕਿੰਨੇ ਕੁ ਲਗਵਾਏ ਆ, ਉਹਨਾਂ ਦਾ ਆਫਿਸ ਦਾ ਸਿਸਟਮ ਕੀ ਆ। ਆਈ ਥਿੰਕ ਜਦੋਂ ਤੁਸੀਂ ਕਿਤੇ ਸੰਸਥਾ ਦੇ ਵਿੱਚ ਜਾਂਦੇ ਹੋ ਤੁਹਾਨੂੰ ਜਾ ਕੇ ਇੱਕ ਵਾਈਬ੍ਰੇਸ਼ਨ ਆਉਂਦੀ ਹੈ ਕਿ ਸੰਸਥਾ ਸਹੀ ਹੈ ਜਾਂ ਨਹੀਂ। ਸਭ ਤੋਂ ਪਹਿਲੀ ਚੀਜ਼ ਬੰਦੇ ਦੀ ਆਪਣੀ ਸੋਝੀ, ਜਿਹਨੂੰ ਇੰਟਿਊਸ਼ਨ ਕਹਿ ਲੈਂਦੇ ਆ, ਕੁਝ ਵੀ ਕਹਿ ਲਓ। ਦੂਜੀ ਜਿਹੜੀ ਮੇਨ ਚੀਜ਼ ਯੂਕੇ ਦੇ ਵਿੱਚ ਅਸੀਂ ਤੇ ਜਿੰਨੇ ਵੀ ਬੱਚੇ ਆਉਂਦੇ ਆ, ਅਸੀਂ ਤੇ ਇਹੀ ਕਹਿੰਦੇ ਆ ਕਿ ਪਹਿਲਾਂ ਕੋਈ ਪੈਸਾ ਨਹੀਂ, ਪਹਿਲਾਂ ਕੋਈ ਪੈਸਾ ਨਹੀਂ, ਕੱਲੀ ਐਮਬੈਸੀ ਫੀਸ ਉਹ ਵੀ ਤੁਸੀਂ ਆਪਣੇ ਕਾਰਡ ਤੋਂ ਤੁਹਾਡੇ ਤੋਂ ਪੇ ਹੋ ਜਾਣੀ ਹੈ, ਕੱਲੀ ਐਮਬੈਸੀ ਫੀਸ। ਤੇ ਜਿਹੜੀ ਗੱਲ ਮੈਂ ਕਹਿੰਦਾ ਉਸ ਚੀਜ਼ ਨੂੰ ਮੈਂ ਲੈ ਕੇ ਵਚਨਬੱਧ ਵੀ ਹਾਂ ਆਪਣੀ ਸੰਸਥਾ ਦੇ ਬਿਹਾਫ ਤੇ। ਉਸ ਚੀਜ਼ ਨੂੰ ਲੈ ਕੇ ਅਸੀਂ ਵਚਨਬੱਧ ਹਾਂ ਕਿ ਤੁਸੀਂ ਕੱਲਾ ਆਪਣਾ ਕਾਰਡ ਦੇਣਾ, ਕ੍ਰੈਡਿਟ ਕਾਰਡ, ਉਹ ਵੀ ਕੱਲੀ ਐਮਬੈਸੀ ਫੀਸ ਦੇ ਲਈ। ਬਾਕੀ ਜੋ ਵੀ ਤੁਹਾਡਾ ਐਕਸਪੈਂਸ ਆ, ਜੋ ਵੀ ਤੁਹਾਡਾ ਛੋਟਾ ਮੋਟਾ ਐਕਸਪੈਂਸ ਆਂਦਾ, ਕੋਈ ਵੱਡਾ ਐਕਸਪੈਂਸ ਆਂਦਾ, ਉਹ ਵੀਜ਼ਾ ਲੱਗਣ ਤੋਂ ਬਾਅਦ ਆ। ਬਟ ਜੇ ਤੁਹਾਡਾ ਏਜੰਟ ਕਹਿੰਦਾ ਜੀ 2 ਲੱਖ ਫੰਡ ਦਾ ਪਹਿਲਾਂ ਦੇ ਦਿਓ, 1.5 ਲੱਖ ਇਹਦਾ ਦੇ ਦਿਓ, ਕਈ ਤੇ ਮੈਂ ਇਹੋ ਜਿਹੇ ਸੁਣੇ ਲੱਖ ਰੁਪਏ ਗੈਪ ਦਾ ਮੈਂ ਸੁਣਿਆ, ਆਈ ਡੋਂਟ ਨੋ ਇਟ ਹੈਪਨਸ অর ਨਾਟ। ਸੋ ਉੱਥੇ ਮੈਂ ਜੋ ਸਮਝਦਾ ਏਜੰਟ ਨਾਲੋਂ ਜ਼ਿਆਦਾ ਜਿਹੜੀ ਗਲਤੀ ਆ ਬੱਚਿਆਂ ਦੀ ਆ ਜਾਂ ਉਹਨਾਂ ਦੇ ਮਾਪਿਆਂ ਦੀ ਆ ਕਿ ਤੁਸੀਂ ਕਿਸੇ ਵੀ ਫਰਾਡੂਲੈਂਟ ਡਾਕੂਮੈਂਟਸ ਲਈ ਜਾਂ ਫੰਡਾਂ ਲਈ ਪੈਸੇ ਕਿਉਂ ਦੇਣੇ ਪਏ ਹੋ। ਆਈ ਥਿੰਕ ਆਪਾਂ ਨੂੰ ਜੈਨੂਇਨ ਚੱਲਣਾ ਚਾਹੀਦਾ। ਸੈਕੰਡ ਜਿਹੜੀ ਸਭ ਤੋਂ ਮੇਨ ਵੱਡੀ ਚੀਜ਼ ਆ ਕਿ ਤੁਸੀਂ ਕੋਈ ਵੀ ਪੈਸਾ, ਜੋ ਸਾਡੀ ਸੰਸਥਾ ਦਾ ਸਿਸਟਮ ਆ, ਵੀਜ਼ਾ ਲੱਗਣ ਤੋਂ ਪਹਿਲਾਂ ਅਸੀਂ ਨਹੀਂ ਲੈਂਦੇ। ਹਾਂ, ਜਿਸ ਦਿਨ ਵੀਜ਼ਾ ਆ ਗਿਆ, ਜੋ ਆਪਣੀ ਬੱਚੇ ਟੂ ਬੱਚੇ, ਪ੍ਰੋਫਾਈਲ ਟੂ ਪ੍ਰੋਫਾਈਲ ਕਮਿਟਮੈਂਟ ਹੋਊਗੀ, ਜੋ ਸਾਡੀ ਨੋਮੀਨਲ ਜੀ ਫੀਸ ਹੋਊਗੀ ਉਹ ਅਸੀਂ ਲਾਂਗੇ। ਬਟ ਵੀਜ਼ਾ ਲੱਗਣ ਤੋਂ ਪਹਿਲਾਂ, ਵੀਜ਼ਾ ਲੱਗਣ ਤੱਕ ਇੱਕ ਵੀ ਪੈਸਾ ਨਹੀਂ, ਕੱਲੀ ਤੇ ਕੱਲੀ ਐਮਬੈਸੀ ਫੀਸ, ਉਹ ਵੀ ਬੱਚੇ ਦੇ ਕ੍ਰੈਡਿਟ ਕਾਰਡ ਤੋਂ।
ਤੇ ਉਸ ਚੀਜ਼ ਨੂੰ ਲੈ ਕੇ ਅਸੀਂ ਕਮਿਟਡ ਹੈ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਇਹ ਸੀ ਸਾਡੇ ਨਾਲ ਮਿਸਟਰ ਗਗਨਦੀਪ ਸਿੰਘ WIC ਦੇ ਰਿਪਰੈਜ਼ੈਂਟੇਟਿਵ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ UK ਸਟੂਡੈਂਟ ਵੀਜ਼ਾ ਨੂੰ ਲੈ ਕੇ ਦੱਸੀਆਂ ਨੇ। ਤੇ ਹੋਪ ਸੋ ਕਿ ਜੋ ਲੋਕ UK ਜਾਣਾ ਚਾਹੁੰਦੇ ਨੇ ਸਟੱਡੀ ਵੀਜ਼ਾ ਦੇ ਲਈ, ਉਹਨਾਂ ਨੇ ਇਹਨਾਂ ਦੀਆਂ ਗੱਲਾਂ ਸੁਣੀਆਂ ਵੀ ਨੇ, ਉਹਨਾਂ ਨੂੰ ਚੰਗੀਆਂ ਵੀ ਲੱਗੀਆਂ ਨੇ। ਤੇ ਜੇਕਰ ਤੁਸੀਂ ਸਟੂਡੈਂਟ ਵੀਜ਼ਾ UK ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਇੱਕ ਚੀਜ਼ ਹੋਰ ਵੀ ਬਹੁਤ ਵਧੀਆ ਜਿਹੜੀ ਇਹਨਾਂ ਦੇ ਅਦਾਰੇ ਦੀ ਹੈ, ਉਹ ਇਹ ਹੈ ਕਿ ਕੋਈ ਪੈਸਾ ਪਹਿਲਾਂ ਨਹੀਂ ਲੈਂਦੇ ਸਿਵਾਏ ਅੰਬੈਸੀ ਫੀਸ ਤੋਂ। ਇੱਕ ਪੋਜ਼ਿਟਿਵ ਸਾਈਨ ਇਹ ਵੀ ਹੈ, ਇੱਥੋਂ ਵੀ ਇਹਨਾਂ ਦੀ ਕ੍ਰੈਡੀਬਿਲਿਟੀ ਦਾ ਪਤਾ ਚੱਲਦਾ ਹੈ। WEIC ਜੋ ਕਲਾਇੰਟਸ ਪਹੁੰਚੇ ਨੇ, ਉਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈ, ਉਹ ਕੀ ਕਹਿੰਦੇ ਨੇ, ਸੁਣ ਲੈਂਦੇ ਹਾਂ। ਧੰਨ ਉਹ ਜਨਨੀ ਮਾਂ ਜਿਸ ਨੇ ਇਸ ਮਹਾਨ ਸਪੂਤ ਨੂੰ ਜਨਮ ਦਿੱਤਾ, ਇੱਕ ਮਿੱਠ ਬੋਲੜੇ ਇਨਸਾਨ ਨੂੰ ਜਿਸ ਨੇ ਸੁਲਤਾਨਪੁਰ ਲੋਧੀ ਵਿੱਚ ਆਪਣਾ ਅਦਾਰਾ ਆਰੰਭ ਕੀਤਾ। ਇਸ ਅਦਾਰੇ ਵਿੱਚ ਆਪਣੀ ਅੰਥਕ ਮਿਹਨਤ ਸਦਕਾ ਇਹਨਾਂ ਨੇ ਹਜ਼ਾਰਾਂ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ। ਇਹ ਜੋ ਹਜ਼ਾਰਾਂ ਬੱਚੇ ਇੱਥੋਂ ਪਾਸ ਆਊਟ ਹੋਏ, ਇਹਨਾਂ ਨੇ ਫੋਰਨ ਵਿੱਚ ਜਾ ਕੇ ਆਪਣੀਆਂ ਮੰਜ਼ਿਲਾਂ ਪ੍ਰਾਪਤ ਕੀਤੀਆਂ। ਹਜ਼ਾਰਾਂ ਬੱਚੇ ਜੋ ਕਿ ਬੇਰੁਜ਼ਗਾਰ ਸਨ, ਉਹਨਾਂ ਨੂੰ ਇਸ ਅਦਾਰੇ ਵਿੱਚੋਂ ਰੁਜ਼ਗਾਰ ਪ੍ਰਾਪਤ ਹੋਇਆ। 2017 ਵਿੱਚ ਮੇਰੀ ਬੇਟੀ ਵੀ ਇੱਥੋਂ IELTS ਕੀਤੀ ਔਰ ਟੋਰਾਂਟੋ ਸ਼ਹਿਰ ਵਿੱਚ ਉਸਨੇ ਜਾ ਕੇ ਉੱਚ ਕੋਟੀ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮੇਰੇ ਜੋ ਵੀ ਰਿਸ਼ਤੇਦਾਰ ਹੋਏ, ਸਭ ਨੇ ਹੀ ਇੱਥੋਂ IELTS ਕੀਤੀ ਔਰ ਆਪਣੀ ਉੱਚ ਕੋਟੀ ਦੀ ਮਾਨਤਾ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਵੀ ਇਸ ਅਦਾਰੇ ਵਿੱਚੋਂ ਹੀ ਵੀਜ਼ਾ ਪ੍ਰਾਪਤ ਹੋਇਆ ਤਾਂ ਮੈਂ ਆਪਣੀ ਬੇਟੀ ਕੋਲ ਜਾ ਕੇ ਆਈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਅਦਾਰਾ ਦਿਨ ਦੁੱਗਣੀ ਔਰ ਰਾਤ ਚੌਗਣੀ ਤਰੱਕੀ ਪ੍ਰਾਪਤ ਕਰੇ। ਹਾਂ, ਮੈਂ ਇੱਥੇ ਮੇਰੀ ਬੇਟੀ ਦਾ ਵੀਜ਼ਾ ਲੱਗਿਆ ਸੀਗਾ ਇੱਥੋਂ ਤੇ 4 ਸਾਲ ਪਹਿਲਾਂ, ਤੇ ਹੁਣ ਮੈਂ ਆਪਣੇ ਬੇਟੇ ਦਾ ਪਤਾ ਕਰਨਾ ਹੈ ਇੱਥੇ। ਬੇਟੇ ਦਾ ਕਿੱਥੇ ਵੀਜ਼ਾ ਲਵਾਉਣਾ? ਕੈਨੇਡਾ ਵਾਸਤੇ ਲਵਾਉਣਾ ਹੈ। ਔਰ ਮੇਰਾ ਵੀ ਲੱਗਿਆ ਹੈ, ਇਹਨਾਂ ਥਰੂ ਹੀ ਲੱਗਿਆ ਸੀਗਾ ਮੇਰਾ ਵੀ। ਜਿੰਨੇ ਵੀ ਵੀਜ਼ੇ ਲੱਗੇ ਇੱਥੋਂ ਹੀ ਲੱਗੇ ਤੁਹਾਡੇ? ਹਾਂ, ਇੱਥੋਂ ਲੱਗੇ, ਮੇਰੀ ਵਾਈਫ ਦਾ ਵੀ ਇੱਥੋਂ ਲੱਗਿਆ, ਮੇਰਾ ਵੀ ਇੱਥੋਂ ਲੱਗਿਆ ਹੈਗਾ। ਮੈਂ 2-3 ਵਾਰੀ ਹੋ ਵੀ ਆਇਆ ਉੱਥੋਂ ਕੈਨੇਡਾ ਤੋਂ। ਆਪਣੀ ਬੇਟੀ ਦੇ ਵੀਜ਼ੇ ਵਾਸਤੇ ਆਇਆ ਕਿਉਂਕਿ ਉਹਨਾਂ ਨੇ ਕੈਨੇਡਾ ਜਾਣਾ। ਪਹਿਲੀ ਬੇਟੀ ਮੇਰੀ ਇੰਗਲੈਂਡ ਜਾ ਚੁੱਕੀ ਆ, ਪਿਛਲੇ ਅਕਤੂਬਰ ਵਿੱਚ ਉਹਨਾਂ ਨੇ ਵੀਜ਼ਾ ਲੱਗਾ ਸੀ। ਹੁਣ ਮੈਂ ਆਪਣੀ ਦੂਜੀ ਬੇਟੀ ਨੂੰ ਭੇਜਣਾ ਚਾਹੁੰਦਾ, ਉਹਨਾਂ ਦਾ ਕੈਨੇਡਾ ਵਾਸਤੇ ਆ। ਉਹਦੇ ਬਾਰੇ ਮੈਂ ਪ੍ਰੋਸੈਸ ਦਾ ਪਤਾ ਕਰਨਾ ਹੈ ਵੀ ਕੀ ਡਾਕੂਮੈਂਟ ਵਗੈਰਾ ਚਾਹੀਦੇ ਆ, ਕੀ ਹਿਸਾਬ ਆ, ਹਾਂਜੀ ਕਿੰਨੀ ਫੀਸ, ਸਾਰਾ ਮੈਂ ਉਹਨਾਂ ਨੂੰ ਮਿਲਣਾ। ਕੈਮਰਾਮੈਨ ਮਨੀਸ਼ ਤੇ ਹੈਪੀ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਸੁਲਤਾਨਪੁਰ ਲੋਧੀ।